ਤਾਂ ਬੇਟਾ ਅੱਜ ਥੋੜਾ ਜਿਹਾ ਕੰਮ ਹੈਗਾ ਸਾਡਾ ਵਧੀਆ ਆ, ਉਹ ਪੇਪਰ 'ਚ ਆਉਂਦਾ। ਠੀਕ ਆ, ਅਸੀਂ ਰੈਕਟੀਫਾਇਰ ਪੜਾਂਗੇ। ਠੀਕ ਹੈ ਨਾ, ਰੈਕਟੀਫਾਇਰ ਧਿਆਨ ਨਾਲ ਸੁਣ ਲਿਓ। ਰੈਕਟੀਫਾਇਰ ਐਕਚੁਅਲੀ 'ਚ ਡਾਇਓਡ ਦੀ ਐਪਲੀਕੇਸ਼ਨ ਆ। ਰੈਕਟੀਫਾਇਰ ਉਹ ਸਰਕਿਟ ਹੁੰਦੇ ਆ ਜਿਨ੍ਹਾਂ ਨਾਲ ਅਸੀਂ AC ਤੋਂ DC ਬਣਾ ਲੈਂਦੇ। ਧਿਆਨ ਨਾਲ ਸੁਣ ਲਿਓ ਗੱਲ। ਟਰਾਂਸਫਾਰਮਰ ਵੀ ਪੜ੍ਹਿਆ ਤੁਸੀਂ 4th ਯੂਨਿਟ ਦੇ ਵਿੱਚ। ਟਰਾਂਸਫਾਰਮਰ ਉਹ ਡਿਵਾਈਸ ਸੀ ਜਿਹੜੀ AC ਤੋਂ DC ਨਹੀਂ ਸੀ ਬਣਾਉਂਦੀ, ਪਰ ਬੱਚਿਆਂ ਨੂੰ ਭੁਲੇਖਾ ਹਜੇ ਵੀ ਤੁਹਾਡੇ ਚੋਂ ਬਹੁਤ ਸਾਰੇ ਨੂੰ ਹੋਊਗਾ। ਸਮਝ ਆ ਰਹੀ ਨਾ ਗੱਲ? ਟਰਾਂਸਫਾਰਮਰ AC ਦੀ AC ਰੱਖਦਾ ਸੀ, ਪਰ ਉਹਦੀ ਵੋਲਟੇਜ ਅਪ ਡਾਊਨ ਕਰ ਦਿੰਦਾ ਸੀ, ਜਾਂ ਵੋਲਟੇਜ ਅਪ ਕਰ ਦਿੰਦਾ ਸੀ ਜਾਂ ਵੋਲਟੇਜ ਡਾਊਨ ਕਰ ਦਿੰਦਾ, ਰਹਿੰਦੀ AC ਤੋਂ AC ਸੀ। ਰੈਕਟੀਫਾਇਰ ਇੱਕ ਇਦਾਂ ਦੀ ਡਿਵਾਈਸ ਆ, ਇਲੈਕਟ੍ਰੋਨਿਕ ਡਿਵਾਈਸ ਆ, ਧਿਆਨ ਰੱਖਿਓ। ਇੱਕ ਇਲੈਕਟ੍ਰੋਨਿਕ ਸਰਕਿਟ ਆ ਜਿਹੜਾ ਕੀ ਕਰਦਾ ਬੇਟਾ, ਜਿਹੜਾ ਅਲਟਰਨੇਟਿੰਗ ਕਰੰਟ ਨੂੰ ਡਾਇਰੈਕਟ ਕਰੰਟ ਦੇ ਵਿੱਚ ਕਨਵਰਟ ਕਰ ਦਿੰਦਾ। ਮੈਂ ਮਾੜਾ ਜਿਹਾ ਤੁਹਾਨੂੰ ਯਾਦ ਕਰਵਾ ਦਾਂ ਕਿ ਅਲਟਰਨੇਟਿੰਗ ਕਰੰਟ ਹੁੰਦਾ ਜਿਹੜਾ ਕਿ ਸਰਕਿਟ ਦੇ ਵਿੱਚ ਪਹਿਲਾਂ ਇੱਕ ਡਾਇਰੈਕਸ਼ਨ 'ਚ ਚੱਲਦਾ, ਅਗਲੇ ਹਾਫ ਸਾਈਕਲ 'ਚ ਉਹਦੀ ਡਾਇਰੈਕਸ਼ਨ ਬਦਲ ਜਾਂਦੀ ਹੈ, ਉਸ ਤੋਂ ਅਗਲੇ ਹਾਫ ਸਾਈਕਲ 'ਚ ਫਿਰ ਡਾਇਰੈਕਸ਼ਨ ਬਦਲ ਜਾਂਦੀ ਹੈ, ਉਸ ਤੋਂ ਅਗਲੇ ਹਾਫ ਸਾਈਕਲ 'ਚ ਫਿਰ ਡਾਇਰੈਕਸ਼ਨ ਅਪੋਜ਼ਿਟ ਹੋ ਜਾਂਦੀ ਹੈ। ਸਮਝ ਆ ਰਹੀ ਹੈ? ਠੀਕ ਹੈ ਨਾ, ਇਹ ਸੀਗਾ ਸਾਡਾ ਅਲਟਰਨੇਟਿੰਗ ਕਰੰਟ। ਡਾਇਰੈਕਟ ਕਰੰਟ 'ਚ ਇੱਕ ਹੀ ਡਾਇਰੈਕਸ਼ਨ 'ਚ ਕਰੰਟ ਚੱਲਦਾ। ਸੈਕੰਡ ਯੂਨਿਟ ਜਿਹੜੀ ਸੀ ਆਪਣੀ ਕਰੰਟ ਇਲੈਕਟ੍ਰਿਸਿਟੀ, ਉਹ 'ਚ ਸਾਰਾ ਡਾਇਰੈਕਟ ਕਰੰਟ ਪੜਿਆ ਸੀ, ਯਾਨੀ ਕਿ ਇੱਕ ਬੈਟਰੀ ਲੱਗ ਜਾਂਦੀ ਸੀ ਤੇ ਬੈਟਰੀ ਤੋਂ ਕਰੰਟ ਚੱਲਦਾ ਸੀ, ਬਸ ਦੈਟਸ ਇਟ, ਹੋਰ ਕੁਝ ਨਹੀਂ ਸੀ। ਸਮਝ ਆ ਰਹੀ ਗੱਲ? ਔਰ ਜਿਹੜਾ ਅਲਟਰਨੇਟਿੰਗ ਕਰੰਟ ਆਪਾਂ 4th ਯੂਨਿਟ 'ਚ ਪੜਿਆ ਸੀ AC, ਉਹਦੇ ਵਿੱਚ ਇੱਕ ਹਾਫ ਸਾਈਕਲ 'ਚ ਕਰੰਟ ਇੱਕ ਪਾਸੇ ਨੂੰ ਚੱਲਦਾ ਸੀ, ਦੂਜੇ ਹਾਫ ਸਾਈਕਲ 'ਚ ਉਹ ਡਾਇਰੈਕਸ਼ਨ ਨੂੰ ਕਨਵਰਟ ਕਰ ਲੈਂਦਾ, ਪੁੱਠਾ ਕਰ ਲੈਂਦਾ, ਰਿਵਰਸ ਕਰ ਦਿੰਦਾ ਸੀ। ਪੜਿਆ ਹੋਇਆ ਆਪਾਂ ਕਿ ਨਹੀਂ ਪੜਿਆ? ਹੁਣ ਆਪਾਂ AC ਤੋਂ DC ਬਣਾਉਣੀ ਆ। ਨਾਰਮਲ ਸਾਡੇ ਘਰ ਜਿਹੜੀ ਆ ਰਹੀ ਹੈ ਉਹ ਕਿਹੜੀ ਇਲੈਕਟ੍ਰਿਸਿਟੀ ਆ, AC ਆ DC ਆ? ਆਪਣੇ ਘਰ 'ਚ AC ਆ ਰਹੀ ਹੈ, ਅਲਟਰਨੇਟਿੰਗ ਕਰੰਟ ਆ ਰਿਹਾ, ਆਪਾਂ ਉਹਨੂੰ ਕਨਵਰਟ ਕਰਨਾ ਡਾਇਰੈਕਟ ਕਰੰਟ 'ਚ। ਡਾਇਰੈਕਟ ਕਰੰਟ 'ਚ ਕਨਵਰਟ ਕਰਨਾ ਆਪਾਂ ਉਹਨੂੰ। ਹੁਣ ਤੁਸੀਂ ਕਹੋਗੇ ਜੀ ਇਹ ਕਿੱਦਾਂ, ਕਿੱਥੇ? ਅਸੀਂ ਦੇਖਿਆ ਤੇ ਕਿਤੇ ਹੈ ਨਹੀਂ ਬੇਟਾ। ਇਹ ਆਪਣੇ ਕੋਲੇ ਬਹੁਤ ਸਾਰੀਆਂ ਡਿਵਾਈਸਿਸ ਦੇ ਵਿੱਚ, ਈਵਨ ਸਾਡੇ ਆਲੇ ਦੁਆਲੇ ਬਹੁਤ ਕੁਝ ਜਿਹੜਾ ਹੈਗਾ ਉਹ ਉਹਦੇ ਵਿੱਚ ਆ ਜਿਹੜੀ ਚੀਜ਼ ਲੱਗੀ ਹੋਈ ਆ। ਠੀਕ ਆ, ਫੋਰ ਐਗਜ਼ਾਮਪਲ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਵਾਂ ਮੈਂ ਤੁਹਾਨੂੰ, ਤਾਂ ਦੇਖੋ ਆਪਣਾ ਜਿਹੜਾ ਲੈਪਟਾਪ ਆ ਜਾਂ ਜਿਹੜਾ ਮੋਬਾਈਲ ਫੋਨ ਆ, ਉਹਦੀ ਚਾਰਜਿੰਗ, ਉਹਦੇ ਵਿੱਚ ਬੈਟਰੀ ਹੁੰਦੀ ਹੈ, DC ਹੁੰਦੀ ਹੈ, ਉਹਦੀ ਚਾਰਜਿੰਗ DC ਕਰ ਸਕਦੀ ਹੈ। ਸਮਝ ਆ ਰਹੀ ਗੱਲ? ਤਾਂ ਜਦੋਂ ਵੀ ਤੁਸੀਂ ਅਡੈਪਟਰ ਯੂਜ਼ ਕਰੋਗੇ, ਠੀਕ ਹੈ, ਜਾਂ ਚਾਰਜਰ ਮੋਬਾਈਲ ਦਾ ਯੂਜ਼ ਕਰੋਗੇ, ਤਾਂ ਉਹਦੀ ਸਿੱਧੀ ਤਾਰ ਨਹੀਂ, ਉਹਦੇ 'ਚ ਇੱਕ ਡਮਡਮਾ ਜਿਹਾ ਹੁੰਦਾ, ਠੀਕ ਹੈ ਨਾ, ਢਿੱਡ ਜਿਹਾ ਬਣਿਆ ਹੁੰਦਾ ਨਾ ਲੈਪਟਾਪ ਦਾ ਹੈਗਾ, ਆ ਦੇਖੋ। ਠੀਕ ਆ, ਏਦਾਂ ਹੀ ਜਿਹੜਾ ਮੋਬਾਈਲ ਚਾਰਜਰ ਆ ਉਹ ਥੋੜਾ ਜਿਹਾ ਉਹਦੇ ਵਿੱਚ ਵੀ ਕੋਈ ਨਾ ਕੋਈ ਸਿਸਟਮ ਇਲੈਕਟ੍ਰੋਨਿਕ ਸਰਕਿਟ ਹੈਗਾ, ਤਾਂ ਹੀ ਤਾਂ ਐਡਾ ਵੱਡਾ ਹੈ। ਅਦਰਵਾਈਜ਼ ਸਿੱਧੀ ਤਾਰ ਹੀ ਲਾਈ ਹੁੰਦੀ, ਸਿੱਧਾ ਜੋੜ ਦਿੰਦੇ। ਔਰ ਤੁਸੀਂ ਮੋਬਾਈਲ ਨੂੰ ਡਾਇਰੈਕਟ ਚਾਰਜਿੰਗ ਤੇ ਲਾ ਕੇ ਦੇਖਿਓ, 2 ਤਾਰਾਂ ਲਾ ਕੇ ਪਤਾ ਲੱਗ ਜੂ ਤੁਹਾਨੂੰ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਵੀ ਸਿੱਧੀਆਂ ਤਾਰਾਂ ਜੋੜ ਦਿੰਦੇ, ਉੱਥੇ ਕਿੱਡੀ ਵੱਡੀ ਗੱਲ ਆ, ਜੋੜਦੀਆਂ ਨਹੀਂ। ਐਕਚੁਅਲੀ 'ਚ ਉਹਦੇ ਵਿੱਚ ਕੀ ਆ, ਉਹਦੇ ਵਿੱਚ ਰੈਕਟੀਫਾਇਰ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਰੈਕਟੀਫਾਇਰ ਦਾ ਕੰਮ ਆ AC ਦੀ DC ਬਣਾਉਣੀ, ਤੇ ਫਿਰ ਉਸ DC ਨੂੰ ਅਸੀਂ ਯੂਜ਼ ਕਰਾਂਗੇ ਜਦੋਂ ਛੋਟੀਆਂ ਡਿਵਾਈਸਿਸ ਨੂੰ, ਲਾਈਟ ਡਿਵਾਈਸਿਸ ਕਿਹੜੀਆਂ? ਜਦੋਂ ਹੁਣ ਆਪਾਂ ਡਾਇਓਡ ਪੜਿਆ ਸੀ, ਮੈਂ ਤੁਹਾਨੂੰ ਆਖਿਆ ਜੀ ਡਾਇਓਡ ਜ਼ਿਆਦਾ ਇਲੈਕਟ੍ਰਿਸਿਟੀ ਨਹੀਂ ਚੱਲਦਾ ਬਈ, ਇਹ ਥੋੜੀ ਵੋਲਟੇਜ ਤੇ ਕੰਮ ਕਰੂਗਾ, ਇਹ ਘੱਟ ਵੋਲਟੇਜ ਤੇ। ਠੀਕ ਆ, ਤਾਂ ਕਰਕੇ ਇਦਾਂ ਦੀਆਂ ਡਿਵਾਈਸਿਸ ਨੂੰ ਜਦੋਂ ਆਪਾਂ ਵਰਕਿੰਗ ਕਰਾਉਣੀ ਆ, ਤਾਂ ਆਪਾਂ ਨੂੰ ਬਹੁਤ ਹਾਈ ਵੋਲਟੇਜ ਨਹੀਂ ਚਾਹੀਦੀ। ਫਿਰ ਨੰਬਰ 2, ਸਾਡੀ ਮਰਜ਼ੀ ਦਾ ਜੇ ਸਰਕਿਟ ਅਸੀਂ ਬਣਾਉਣਾ, ਤਾਂ ਫਿਰ ਅਸੀਂ ਡਾਇਓਡ ਯੂਜ਼ ਕਰਾਂਗੇ। ਹੁਣ ਜਿਹੜਾ ਸਰਕਿਟ ਬਣ ਰਿਹਾ ਸਾਡੀ ਮਰਜ਼ੀ ਦਾ, ਅਸੀਂ ਚਾਹੁੰਦੇ ਵੀ ਅਸੀਂ AC ਤੋਂ DC ਬਣਾਈਏ, ਸਾਡੀ ਮਰਜ਼ੀ ਦਾ ਸਰਕਿਟ ਆਏ। ਸਮਝ ਆ ਰਹੀ ਗੱਲ? ਅਸੀਂ ਇੰਟੈਂਸ਼ਨਲੀ ਇਹ ਸਰਕਿਟ ਤਿਆਰ ਕਰ ਰਹੇ ਹਾਂ। ਇਦਾਂ ਦੇ ਸਰਕਿਟਸ ਨੂੰ ਲੌਜਿਕ ਸਰਕਿਟ ਬੋਲਦੇ ਆ। ਤਾਂ ਇੱਕ ਟਾਈਪ ਦਾ ਲੌਜਿਕ ਸਰਕਿਟ ਹੀ ਆ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ? ਠੀਕ ਆ, ਲੌਜਿਕ ਸਰਕਿਟ ਜਿਹੜੇ ਹੈਗੇ ਆ ਉਹ ਆਪਾਂ ਅੱਗੇ CBSE ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਨਹੀਂ ਗਿਆ ਇੱਕ ਵਾਰ। ਠੀਕ ਆ, ਔਰ ਨੀਟ ਦੀ ਵਿੱਚ ਆਪਾਂ ਉਹਨਾਂ ਦੀ ਸਟੱਡੀ ਜਿਹੜੀ ਹੈਗੀ ਉਹ ਕਰਾਂਗੇ। ਓਕੇ, ਮੈਂ ਦੇਖ ਲੂੰਗਾ, ਕੋਈ ਗੱਲ ਮੈਨੂੰ ਲੱਗਦਾ ਹੈ ਨਹੀਂ ਇੱਕ ਵਾਰ। ਲੌਜਿਕ ਗੇਟ, ਐਂਡ ਗੇਟ, ਔਰ ਗੇਟ, ਠੀਕ ਹੈ ਨਾ, ਇਹ 5 ਗੇਟ ਸੀਗੇ, 3 ਬੇਸਿਕ ਸੀ, 2 ਐਕਸਟਰਾ ਸੀਗੇ। ਇਸ ਤੋਂ ਇਲਾਵਾ ਇਹਨਾਂ ਦੇ ਆਪਸ ਸਰਕਿਟ ਬੜਾ ਇੰਟਰਸਟਿੰਗ ਚੈਪਟਰ ਸੀ, ਮਤਲਬ ਫ੍ਰੀ ਦੇ ਨੰਬਰ ਸੀ, ਉਹ ਤਾਂ ਬਾਲੇ ਘੈਂਟ ਸੀ। ਠੀਕ ਆ, ਉਹ ਬਸ ਪਤਾ ਨਹੀਂ ਕਾਹ ਤੋਂ ਇਹਨਾਂ ਨੇ CBSE ਵਾਲਿਆਂ ਨੇ ਕਰਿਆ। ਚਲੋ ਫਿਰ ਵੀ ਦੇਖ ਲਾਂਗੇ ਆਪਾਂ, ਕੋਈ ਗੱਲ ਨਹੀਂ। ਠੀਕ ਆ, ਉਹ ਤਾਂ ਗਾਂ ਦੀਆਂ ਗੱਲਾਂ। ਫਿਲਹਾਲ ਆਪਾਂ ਅੱਜ ਰੈਕਟੀਫਾਇਰ ਕਰ ਰਹੇ ਹਾਂ। ਤਾਂ ਰੈਕਟੀਫਾਇਰ ਇੱਕ ਕਿਹੜੀ ਡਿਵਾਈਸ ਆ ਬੇਟਾ, ਜਿਹੜੀ ਡਿਵਾਈਸ AC ਤੋਂ ਕੀ ਬਣਾਉਂਦੀ ਆ? ਲਿਖ ਦਿਓ ਇਹ ਗੱਲ। It is an electronic circuit. It is an electronic circuit which converts AC into DC. Which converts AC into DC. ਇੱਕ ਇਦਾਂ ਦੀ ਇਲੈਕਟ੍ਰੋਨਿਕ ਸਰਕਿਟ ਆਏ ਜਿਹੜਾ AC ਨੂੰ DC ਬਣਾ ਦਿੰਦਾ, ਅਲਟਰਨੇਟਿੰਗ ਕਰੰਟ ਤੋਂ ਡਾਇਰੈਕਟ ਕਰੰਟ। ਹੁਣ AC ਦਾ ਮਤਲਬ ਅਲਟਰਨੇਟਿੰਗ ਕਰੰਟ, DC ਦਾ ਮਤਲਬ ਡਾਇਰੈਕਟ ਕਰੰਟ।
समझ आ रही गल कि नहीं आ रही? डीसी का मतलब डिप्टी कमिश्नर नहीं गा, तो एसी का मतलब आ एयर कंडीशनर नहीं गा। ठीक है, कई ज्यादा दिमाग भी ला लेंगे भी सर एसी तो डिप्टी कमिश्नर किदां तैयार करनगे। समझ आ रही गल कि नहीं आ रही? क्योंकि हुण जिहड़े बंदे ने डायरैक्ट करंट नहीं पढ़िया, वो डीसी समझूगा भी हाँ भी डीसी हुंदा, स्टोरी समझो कुछ भी नहीं। एसी तो डीसी बनाउणी रैक्टीफायर ने, कहानी क्लीयर है? बनाइए फिर एसी दी डीसी बनाउण वास्ते। हुण अच्छा एक गल होर, इस प्रोसैस नूं की बोलदे आ? दिस इज कॉल्ड एज रैक्टिफिकेशन। मतलब कि एसी तो डीसी बनाउण दा जिहड़ा प्रोसैस आ उहनूं की बोलांगे? एरो ला के लिखो, लिखो द प्रोसेस ऑफ कन्वर्जन ऑफ AC into DC. The process of conversion of AC into DC is called as the process of conversion of AC into DC is called as rectification. उन्हें मैं rectification बोलूं, की बोलूंगा? Rectification। समझ भी आ रहा है सारे को? नहीं आ रहा? सौखा बहुत है। रेक्टिफायर दो तरह के आ, कितने तरह के आ? दो टाइप के, एक हाफ वेव रेक्टिफायर ते दूसरा फुल वेव रेक्टिफायर। ये आप दोनों ही करांगे, लेकिन these are of two types, these are of two types। ठीक है, नंबर एक लिख लियो हाफ वेव रेक्टिफायर, ते दूसरा लिख लियो फुल वेव रेक्टिफायर। पहला हाफ वेव बेटा, दूसरा फुल वेव रेक्टिफायर। एक हाफ वेव रेक्टिफायर है तो दूसरा फुल वेव रेक्टिफायर। नोट हो गया? हाफ वेव रेक्टिफायर एंड फुल वेव रेक्टिफायर। चलिए कंटिन्यू करी। हाँ जी बेटा कंटिन्यू करी। हुण आपां पहला किहड़ा पढ़ना? पहला पढ़ांगे असीं हाफ वेव रेक्टिफायर। ओके, उसकी डिटेल स्टडी करांगे आपां। फिर फुल वेव रेक्टिफायर। दोनों ऑलमोस्ट थोड़ा जिहा डिफरेंस आ, ठीक आ, उदा ऑलमोस्ट उन्हां दी वर्किंग मतलब ऐ कह लो भी थोड़े जिहे डिफरेंस दे नाल चेंज हो जाती है। ठीक है ना? मतलब एक एक्स्ट्रा डायोड लग्या, वो दस दूंगा मैं किदां लग्या। आ जाओ, तां हैडिंग पायो बेटा, लिखियो हाफ वेव रेक्टिफायर, अद्धी वेव वाला रेक्टिफायर। हाफ वेव रेक्टिफायर, ये मेरा टॉपिक। हाफ वेव रेक्टिफायर। हाफ वेव रेक्टिफायर हुंदा, देखो एसी जिहड़ी हुंदी ना, एसी ते इनपुट करवाती तो आउटपुट दे विच की निकलूगी? डीसी। सर्किट दे विच एसी इनपुट करवाई, जिद्दां हुण इलैक्ट्रिसिटी इनपुट करवाई और लाइट आ गई, ट्यूबलाइट दे विचों कौन बाहर आया? लाइट दिख रही ना आपां नूं, चानण हो गया। समझ आ रही गल कि नहीं आ रही? इलैक्ट्रिसिटी इनपुट करवाई, ठीक है, मैकेनिकल एनर्जी होगी, पक्खा चलन लग गया। आही है ना? इलैक्ट्रिसिटी इनपुट करवाई, एसी ने की करया? एसी ने ठंडी हवा देनी शुरू कर दी। मेरी गल फॉलो कर रहे कि नहीं कर रहे? उसी तरीके नाल इस सर्किट च एसी इनपुट करवाओगे तो आउटपुट च डीसी मिलूगी। पर ਇਹਦੇ ਵਾਲੀ डीसी ਦਾ और ਜਿਹੜਾ ਫੁੱਲ ਵੇਵ ਰੈਕਟੀਫਾਇਰ ਇਹਨਾਂ ਦੋਨਾਂ ਦੀ डीसी ਦਾ ਫਰਕ ਹੋਊਗਾ। ਸਮਝ ਆ ਰਹੀ ਗੱਲ? ਇਹਦੇ ਵਿੱਚ ਕੀ ਹੁੰਦਾ? ਅੱਧੀ ਵੇਵ। ਦੇਖੋ ਕੰਪਲੀਟ ਵੇਵ ਕਦੋਂ ਬਣਦੀ ਹੈ, ਮੈਂ ਮਾੜਾ ਜਿਹਾ ਸਮਝਾਦਾ ਤੁਹਾਨੂੰ, ਧਿਆਨ ਨਾਲ ਦੇਖਿਓ। ਅਸੀਂ डीसी ਬਣਾਉਣੀ ਹੈ। डीसी ਉਹ ਹੁੰਦੀ ਜਿਹਦੀ ਸੇਮ ਡਾਇਰੈਕਸ਼ਨ ਹੁੰਦੀ ਆ, ਡਾਇਰੈਕਸ਼ਨ ਚੇਂਜ ਨਹੀਂ ਹੁੰਦੀ ਸਰਕਿਟ। ਫॉर एग्जांपल ਦੇ ਤੌਰ ਤੇ ਮੰਨ ਲਓ ਆ ਬਲਬ ਲੱਗਿਆ ਔਰ ਆ ਮੈਂ ਬੈਟਰੀ ਲਗਾਤੀ, ਤਾਂ ਮੈਨੂੰ ਦੱਸੋ ਇਸ ਬੈਟਰੀ ਦੇ ਕਰੰਟ ਨੇ ਕਦੇ ਆਪਦੀ ਡਾਇਰੈਕਸ਼ਨ ਨੂੰ ਰਿਵਰਸ ਕਰਨਾ ਕਿ ਨਹੀਂ ਕਰਨਾ? ਕਦੇ ਵੀ ਨਹੀਂ ਕਰਨਾ। ਇਹਦੀ ਡਾਇਰੈਕਸ਼ਨ ਫਿਕਸ ਆ, ਜਿਹੜੀ ਹੈ ਉਹੀ ਹੈ, ਇਹ ਚੇਂਜ ਨਹੀਂ ਹੋ ਸਕਦੀ। ਜੇ ਇੱਥੇ ਏਸੀ ਸਰਕਿਟ ਲਾਇਆ ਹੁੰਦਾ, ਏਸੀ ਡਿਵਾਈਸ ਲਾਈ ਹੁੰਦੀ, ਇਦਾਂ ਦੀ ਹੁੰਦੀ ਸੀ ਨਾ, ਤਾਂ ਇੱਕ ਹਾਫ ਸਾਈਕਲ 'ਚ ਕਰੰਟ ਇੱਧਰ ਚਲਾਉਂਦੀ ਤੇ ਦੂਸਰੇ ਹਾਫ ਸਾਈਕਲ 'ਚ ਕਰੰਟ ਨੂੰ ਪੁੱਠਾ ਚਲਾਉਂਦੀ, ਜਿੱਦਾਂ ਕਿ ਆ ਏਸੀ ਆ। ਸਮਝ ਆ ਰਹੀ? ਹੁਣ ਅਸੀਂ ਏਸੀ ਦੀ ਡੀਸੀ ਬਣਾਉਣੀ, ਤਾਂ ਸਾਡੇ ਦਿਮਾਗ 'ਚ ਇੱਕੋ ਗੱਲ ਆ ਵੀ ਡੀਸੀ ਡਾਇਰੈਕਸ਼ਨ ਨਹੀਂ ਚੇਂਜ ਕਰਦੀ। मतलब साडे आ ਜਾਂ ਤਾਂ ਉੱਪਰ ਵਾਲੇ ਹਾਫ ਸਾਈਕਲ ਜਾਂ ਨੀਚੇ ਵਾਲੇ ਹਾਫ ਸਾਈਕਲ ਖਤਮ ਹੋਣੇ ਚਾਹੀਦੇ ਆ। ਪਹਿਲੀ ਗੱਲ ਸਭ ਤੋਂ ਇੰਪੋਰਟੈਂਟ ਚੀਜ਼, ਇੱਕ ਸਾਈਡ ਵਾਲੇ ਜੇ ਹਾਫ ਸਾਈਕਲ ਉੱਪਰ ਵਾਲੇ ਜਾਂ ਨੀਚੇ ਵਾਲੇ ਜੇ ਖਤਮ ਹੋ ਜਾਣ, ਐਲੀਮੀਨੇਟ ਹੋ ਜਾਣ, ਜਾਂ ਉੱਪਰ ਵਾਲੇ ਹਾਫ ਸਾਈਕਲ ਜਾਂ ਨੀਚੇ ਵਾਲੇ ਹਾਫ ਸਾਈਕਲ ਐਲੀਮੀਨੇਟ ਹੋ ਜਾਣ, ਖਤਮ ਹੋ ਜਾਣ, ਤਾਂ ਉੱਪਰ ਵਾਲੇ ਇਕੱਲੇ ਪੋਜ਼ਿਟਿਵ ਰਹਿ ਜਾਣਗੇ ਜਾਂ ਇਕੱਲੇ ਨੈਗੇਟਿਵ ਰਹਿ ਜਾਣਗੇ, ਤਾਂ ਆਲਮੋਸਟ ਲਗਭਗ ਡੀਸੀ ਬਣ ਜੂ ਕਿ ਨਹੀਂ ਬਣ ਜੂ? ਪੂਰੀ ਡੀਸੀ ਮੈਂ ਨਹੀਂ ਕਹਿੰਦਾ ਬਣੂਗੀ ਹਜੇ, ਪਰ ਮੇਰੇ ਦਿਮਾਗ 'ਚ ਇੱਕ ਆਈਡੀਆ ਤਾਂ ਹੈ ਨਾ, ਆਪਾਂ ਉਹੀ ਯੂਜ਼ ਕਰਨਾ। फॉलो कर रहे? चलिए, तो हाफ वेव रेक्टिफायर की खास गल की है, सुनो। हाफ वेव रेक्टिफायर अद्धी वेव का तो रेक्टिफिकेशन कर दिंदा। रेक्टिफिकेशन का मतलब हुण कंप्लीट वेव कितनी है, इत्थों तो लैके इत्थों तक मैं मानदा भी आ कंप्लीट वेव आ, एक साइकिल आ, हरेक साइकिल दे विच अद्धी साइकिल का तो रेक्टिफिकेशन कर दिंदा और बची हुई जिहड़ी साइकिल आ उहनूं ये वेस्ट कर दिंदा, खत्म कर दिंदा।
समझ आ रही गल कि नहीं आ रही? मैंने दसो ये डीसी बनू कि नहीं बनू? ठीक है ना, ऊपर रह गया सर। हाँ इन्ना जरूर है भी आह वाला जिहड़ा आ साइकिल का अद्धा हाफ है जिहड़ा या अगे आऊगा या गांह दी गांह जिहड़े हाफ आउणगे उन्हां वाली जिहड़ी एनर्जी आ वो वेस्ट हो गई। समझ आ रही गल कि नहीं आ रही? एसी दी डीसी तो बन गई पर एनर्जी वेस्ट हो गई। और ए वाली जिहड़ी डीसी आ ये कौन बना के दूगा तुहानूं? हाफ वेव रेक्टिफायर। अद्धी वेव दा रेक्टिफिकेशन करदा, अद्धी वेव वेस्ट करदा। लिख दिओ, लिख दो, इट इज अ रेक्टिफायर। इट इज अ रेक्टिफायर। ये वो रेक्टिफायर है, हाफ वेव रेक्टिफायर की डेफिनेशन माड़ी जी लिख लो। इट इज अ रेक्टिफायर which rectifies which rectifies one half of each cycle of applied AC। one half of each cycle, हर एक साइकिल दा हाफ, ठीक है, which rectifies one half of each cycle of AC, ठीक है, while the other half is wasted, while the other half is wasted, ਜਿਹੜਾ ਇੱਕ ਹਾਫ ਆ ਉਹ ਵੇਸਟ ਕਰ ਦਿੰਦਾ ਹੈ। ਪਤਾ ਲੱਗ ਗਿਆ? ਔਖਾ ਕੋਈ? ਪ੍ਰਿੰਸੀਪਲ ਲਿਖੋ ਇਹਦਾ। ਇਹ 3 ਮਾਰਕਸ ਦੇ ਵਿੱਚ ਤੁਹਾਡਾ ਪੇਪਰ ਚ ਆਊਗਾ ਜੇ ਆਇਆ ਤਾਂ, ਠੀਕ ਆ, ਧਿਆਨ ਰੱਖਿਓ 3 ਮਾਰਕਸ ਨੋਟ ਕਰੋ। ਪ੍ਰਿੰਸੀਪਲ ਇਹਦਾ ਇਹਦੇ ਵਿੱਚ ਕੀ ਆ ਬੇਟਾ ਕਿ ਜਿਹੜਾ ਡਾਇਓਡ ਆ, ਕੱਲ ਮੈਂ ਤੁਹਾਨੂੰ ਵਰਕਿੰਗ ਉਹਦੀ ਕਰਵਾਈ ਹੈ ਬੜੀ ਡਿਟੇਲ ਚ, ਆਪਾਂ ਉਹਦੀ ਕਰੈਕਟਰਿਸਟਿਕ ਕਰਵ ਵੀ ਕੀਤੇ ਆ। ਡਾਇਓਡ ਫਾਰਵਰਡ ਬਾਇਸ ਚ ਕਰੰਟ ਚਲਾਉਂਦਾ ਕਿ ਨਹੀਂ ਚਲਾਉਂਦਾ? ਦੱਸੋ ਬੇਟਾ। ਚਲਾਉਂਦਾ ਨਾ। ਔਰ ਰਿਵਰਸ ਬਾਇਸ ਦੇ ਵਿੱਚ ਉਹ ਕਰੰਟ ਨੂੰ ਬਲੌਕ ਕਰਦਾ, ਰੋਕਦਾ, ਠੀਕ ਹੈ ਨਾ। ਬੱਚੇ ਕਹਿੰਦੇ ਨਹੀਂ ਜੀ ਜ਼ੀਨਰ ਡਾਇਓਡ ਤੋਂ ਉੱਪਰ ਚੱਲ ਜਾਵੇ ਤਾਂ ਕਰੰਟ ਚਲਾ ਦਿੰਦਾ। ਅਸੀਂ ਤਾਂ ਜ਼ੀਨਰ ਤੋਂ ਘੱਟ ਤੇ ਚਲਾਉਣਾ, ਉਹ ਤਾਂ ਐਕਸੈਪਸ਼ਨਲ ਕੇਸ ਆ ਵੀ ਜ਼ੀਨਰ ਵੋਲਟੇਜ ਤੋਂ ਉੱਪਰ ਜਾਣਾ। ਉਹ ਤਾਂ ਡਾਇਓਡ ਜਿਹੜਾ ਹੈਗਾ ਉਹਦੇ ਵਿੱਚੋਂ ਅਸੀਂ ਇਲੈਕਟ੍ਰਿਕ ਬ੍ਰੇਕਡਾਊਨ ਕਰਨਾ, ਉਹ ਨਹੀਂ ਕਰਨਾ। ਉਸ ਤੋਂ ਪਹਿਲਾਂ ਦੀ ਸਟੋਰੀ ਪੜਾਂਗੇ। ਤਾਂ ਰਿਵਰਸ ਬਾਇਸ ਜੇ ਆਈਡੀਅਲ ਡਾਇਓਡ ਹੋਵੇ, ਆਈਡੀਅਲ ਤਾਂ ਆਈਡੀਅਲ ਡਾਇਓਡ ਫਾਰਵਰਡ ਬਾਇਸ ਦੇ ਵਿੱਚ ਅਸੀਂ ਮੰਨਦੇ ਆ ਵੀ ਫੁੱਲ ਕਰੰਟ ਚਲਾਉਂਦਾ ਤੇ ਰਿਵਰਸ ਬਾਇਸ ਦੇ ਵਿੱਚ ਜਮਾ ਕਰੰਟ ਨਹੀਂ ਚਲਾਉਂਦਾ, ਬਲੌਕ ਕਰ ਦਿੰਦਾ, ਕਿਉਂਕਿ ਨਿਗਲੀਜੀਬਲ ਕਰੰਟ ਬਲੌਕ ਕਰੰਟ ਵਰਗਾ ਹੀ ਹੁੰਦਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹ ਪ੍ਰਿੰਸੀਪਲ ਔਖਾ ਕੋਈ? ਲਿਖ ਦਿਓ ਦ ਪ੍ਰਿੰਸੀਪਲ, ਲਿਖਿਓ a PN junction diode offers very small resistance. A PN junction diode offers a very small resistance to the flow of current. Very small resistance to the flow of current in forward bias. Very small resistance to the flow of current in forward bias, and it offers a very large resistance, and it offers a very vice versa भी लिख सकते हैं पर पूरे लिखो कम, ठीक है। And it offers very large resistance to the flow of current in reverse bias. औखा कोई? ਹੁਣ ਨਾਲੇ ਤਾਂ ਸਾਡੀ ਇੱਕ ਦੇਖੋ ਆਇਡੈਂਟੀਟੀ ਯਾਦ ਹੋ ਗਈ ਵੀ ਹਾਂ ਬਈ ਜਿਹੜਾ ਡਾਇਓਡ ਆ ਉਹ ਕੰਮ ਕੀ ਕਰਦਾ, ਪਤਾ ਲੱਗ ਗਿਆ ਨਾ। ਫਾਰਵਰਡ ਬਾਇਸ ਚ ਤੇ ਕਰੰਟ ਚੱਲਣ ਦਿੰਦਾ ਤੇ ਰਿਵਰਸ ਚ ਕਰੰਟ ਚੱਲਣ ਨਹੀਂ ਦਿੰਦਾ, ਰੈਜ਼ਿਸਟੈਂਸ ਜ਼ਿਆਦਾ ਆਫਰ ਹੋ ਜਾਂਦੀ ਹੈ। ਤਾਂ ਇੱਕ ਸਿੰਪਲ ਜਿਹਾ ਫੰਡਾ ਹੋ ਗਿਆ ਵੀ ਕਿਸੇ ਤਾਰ ਦੇ ਵਿੱਚ ਜੇ ਮੈਂ ਕਰੰਟ ਲੰਘਣ ਦੇਣਾ ਉਹਦੇ ਰਸਤੇ 'ਚ ਇੱਕ ਡਾਇਓਡ ਜੋੜ ਦੋ ਫਾਰਵਰਡ ਬਾਇਸ ਦੇ ਵਿੱਚ, ਔਰ ਜਿਹੜੀ ਤਾਰ 'ਚੋਂ ਕਰੰਟ ਰੋਕਣਾ ਉਹਦੇ ਰਸਤੇ ਦੇ ਵਿੱਚ ਇੱਕ ਡਾਇਓਡ ਜੋੜ ਦੋ। ਕਿਦਾਂ ਜੋੜ ਦੋ? ਰਿਵਰਸ ਬਾਇਸ ਦੇ ਵਿੱਚ। ਉਹ ਕਰੰਟ ਨਹੀਂ ਟੱਪਣ ਦਿੰਦਾ, ਉਹ ਤਾਰ ਦੇ ਵਿੱਚ ਕਰੰਟ ਜਾਂਦਾ ਨਹੀਂ। ਸਮਝ ਆ ਰਹੀ ਗੱਲ? ਮਤਲਬ ਸਰਕਿਟ ਨੂੰ ਐਂ ਕਹ ਲਓ ਵੀ ਮੈਨੀਪੂਲੇਟ ਕਰਨਾ ਅਸੀਂ ਆਪਦੇ ਹਿਸਾਬ ਦੇ ਨਾਲ, ਤਾਂ ਅਸੀਂ ਉਹ ਬੜੀ ਆਸਾਨੀ ਨਾਲ ਇਹਨਾਂ ਚੀਜ਼ਾਂ ਦੇ ਨਾਲ ਕਰ ਲੈਂਦੇ ਹਾਂ। ਇਹ ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਆ। ਅੱਗੇ ਜਿਹੜੇ ਟ੍ਰਾਂਜ਼ਿਸਟਰਸ ਆਉਂਦੇ ਹੁੰਦੇ ਸੀ ਅੱਗੇ, ਹੁਣ ਤਾਂ ਤੁਹਾਡੇ ਇਸ ਸਾਲ ਹੈ ਨਹੀਂ ਗੇ, ਠੀਕ ਹੈ ਨਾ। ਟ੍ਰਾਂਜ਼ਿਸਟਰਸ ਬੜੀ ਘੈਂਟ ਚੀਜ਼ ਆ, ਨੀਟ ਦੇ ਵਿੱਚ ਹੈਗੇ, ਧਿਆਨ ਰੱਖਿਓ। ਟ੍ਰਾਂਜ਼ਿਸਟਰ ਤੇ ਜਿਹੜੇ ਲੌਜਿਕ ਗੇਟਸ ਆ ਉੱਥੋਂ ਸਵਾਲ ਪੈਂਦਾ, ਬਹੁਤ ਇੰਟਰਸਟਿੰਗ ਸੀ। ਉਦੋਂ ਹਾਫ ਵੇਵ ਰੈਕਟੀਫਾਇਰ ਜਿਹੜਾ ਹੁੰਦਾ ਇਹਨਾਂ ਉਹ ਇੰਪੋਰਟੈਂਟ ਨਹੀਂ ਸੀ ਹੁੰਦਾ, ਕਹਿੰਦੇ ਵੀ ਉਹ ਘੱਟ ਇੰਪੋਰਟੈਂਟ ਆ, ਉਹ ਕਰੋ, ਠੀਕ ਹੈ। ਹੁਣ ਜਦੋਂ ਉਹ ਚੀਜ਼ਾਂ ਲੀਵ ਕਰਤੀਆਂ CBSE ਨੇ ਤਾਂ ਫਿਰ ਇਹ ਚੀਜ਼ਾਂ ਇੰਪੋਰਟੈਂਟ ਹੋ ਗਈਆਂ। ਸਮਝ ਆ ਰਹੀ ਗੱਲ? ਹੁਣ ਇਸ ਟਾਈਮ ਇਹ ਬਹੁਤ ਇੰਪੋਰਟੈਂਟ ਆ, ਪਹਿਲਾਂ ਹੀ ਦੱਸਤਾ ਤੁਹਾਨੂੰ।
ਤਾਂ ਕੰਟੀਨਿਊ ਕਰੀਏ ਆਪਾਂ। ਪ੍ਰਿੰਸੀਪਲ ਕਲੀਅਰ ਆ? ਪ੍ਰਿੰਸੀਪਲ ਤੁਸੀਂ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਲਾਈਨ ਟੂ ਲਾਈਨ ਜੋ ਲਿਖਿਆ ਉਦਾਂ ਹੀ ਲਿਖਣਾ, ਠੀਕ ਆ। ਜਿਹੜਾ ਪ੍ਰਿੰਸੀਪਲ ਹੈ ਇਹਦਾ, ਇਹਨੂੰ ਜ਼ਰੂਰੀ ਨਹੀਂ ਵੀ ਜਿੱਦਾਂ ਲਿਖਿਆ ਉਦਾਂ ਹੀ ਯੂਜ਼ ਕਰਨਾ, ਤੁਸੀਂ ਆਪਦੀ ਮਰਜ਼ੀ ਨਾਲ ਯੂਜ਼ ਕਰ ਸਕਦੇ ਬੇਟੇ, ਤੁਸੀਂ ਮੋਲਡ ਕਰ ਲਓ ਇਹਨੂੰ, ਮੈਨੂੰ ਕੀ ਦਿੱਕਤ। ਬਸ ਸੈਂਸ ਸੇਮ ਹੋਣਾ ਚਾਹੀਦਾ, ਰਿਜ਼ਲਟ ਜਾਂ ਐਂ ਕਹ ਲਓ ਮੀਨਿੰਗ ਸੇਮ ਹੋਣਾ ਚਾਹੀਦਾ, ਠੀਕ ਆ। ਫਾਰਵਰਡ ਬਾਇਸ ਦੇ ਵਿੱਚ ਰੈਜ਼ਿਸਟੈਂਸ ਘੱਟ ਆਫਰ ਕਰਦਾ, ਮੀਨਸ ਕਰੰਟ ਚਲਾਉਂਦਾ, ਏਦਾਂ ਲਿਖ ਦੋ, ਠੀਕ ਆ। ਕਰੰਟ ਇਜ਼ ਅਲਾਉਡ ਬਾਈ ਦ ਪੀਐਨ ਜੰਕਸ਼ਨ ਡਾਇਓਡ ਇਨ ਫਾਰਵਰਡ ਬਾਇਸ, ਠੀਕ ਹੈ। ਐਂਡ ਕਰੰਟ ਇਜ਼ ਬਲੌਕਡ ਬਾਈ ਦ ਪੀਐਨ ਜੰਕਸ਼ਨ ਡਾਇਓਡ ਇਨ ਰਿਵਰਸ ਬਾਇਸ। ਹੁਣ ਇਹ ਏਦਾਂ ਲਿਖਦਾ ਫਿਰ ਕਿਹੜਾ ਉਹ ਗਲਤ ਹੋਊਗਾ? ਰੈਜ਼ਿਸਟੈਂਸ ਜ਼ਿਆਦਾ ਆਫਰ ਕੀਤੀ ਮਤਲਬ ਕਰੰਟ ਨੂੰ ਬਲੌਕ ਕੀਤਾ, ਇਹ ਵੀ ਸਹੀ ਆ। ਜਿੱਦਾਂ ਤੁਹਾਡਾ ਜੀ ਕਰੇ ਉਦਾਂ ਲਿਖੋ, ਕੋਈ ਕੰਡੀਸ਼ਨ ਨਹੀਂ ਤੁਹਾਡੇ ਤੇ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਚਲੋ ਅੱਗੇ ਹੁਣ ਕਰਾਂਗੇ ਇਹਦੀ ਕੰਸਟਰਕਸ਼ਨ ਐਂਡ ਵਰਕਿੰਗ। ਕੰਸਟਰਕਸ਼ਨ ਐਂਡ ਵਰਕਿੰਗ ਲਿਖ ਲਓ, ਜਾਂ ਸਰਕਿਟ ਡਾਇਗਰਾਮ। ਪਹਿਲਾਂ ਸਰਕਿਟ ਡਾਇਗਰਾਮ ਬਣਾ ਲਓ, ਠੀਕ ਹੈ ਨਾ। ਅਲੱਗ-ਅਲੱਗ ਬੁੱਕਸ 'ਚ ਅਲੱਗ-ਅਲੱਗ ਚੀਜ਼ਾਂ ਦਿੱਤੀਆਂ, ਸਰਕਿਟ ਡਾਇਗਰਾਮ ਲਿਖ ਲਓ, ਗਾਂ ਵਰਕਿੰਗ ਐਂਡ ਥਿਓਰੀ ਕਰ ਲਾਂਗੇ। ਦੇਖੋ ਸਰਕਿਟ ਡਾਇਗਰਾਮ, ਇਹਦਾ ਸਰਕਿਟ ਡਾਇਗਰਾਮ ਕਿਦਾਂ ਦਾ? ਦੇਖੋ ਬੜਾ ਸਿੰਪਲ ਜਿਹਾ ਸਰਕਿਟ ਡਾਇਗਰਾਮ ਆ, ਕੋਈ ਕੰਪਲਿਕੇਸ਼ਨ ਨਹੀਂ, ਧਿਆਨ ਨਾਲ ਬਣਾਇਓ। ਇਹਦੇ ਵਿੱਚ ਇੱਕ ਤਾਂ ਸਾਡੇ ਕੋਲੇ, ਧਿਆਨ ਨਾਲ ਦੇਖੋ ਬੇਟਾ, ਇੱਕ ਤਾਂ ਇੱਥੇ ਅਸੀਂ ਸਟੈਪ ਡਾਊਨ ਟਰਾਂਸਫਾਰਮਰ ਲਾਉਣਾ। ਕੀ ਲਾਉਣਾ? ਸਟੈਪ ਡਾਊਨ ਟਰਾਂਸਫਾਰਮਰ। ਸਟੈਪ ਡਾਊਨ ਟਰਾਂਸਫਾਰਮਰ ਦੀਆਂ ਦੋ ਕੋਇਲ ਹੁੰਦੀਆਂ, ਇੱਕ ਪ੍ਰਾਇਮਰੀ ਕੋਇਲ ਤੇ ਦੂਸਰੀ ਸੈਕੰਡਰੀ ਕੋਇਲ। ਮੈਨੂੰ ਕਿਹੜਾ ਬੱਚਾ ਦੱਸੂਗਾ ਵੀ ਸੈਕੰਡਰੀ ਕੋਇਲ 'ਚ ਨੰਬਰ ਆਫ ਟਰਨ ਵੱਧ ਹੋਣਗੀਆਂ ਘੱਟ ਹੋਣਗੀਆਂ? ਸਟੈਪ ਡਾਊਨ 'ਚ ਸਿੰਪਲ ਜਿਹਾ ਫੰਡਾ, ਘੱਟ ਹੋਣਗੀਆਂ, ਪੜੀਆਂ ਹੋਈਆਂ ਆਪਾਂ। ਸਟੈਪ ਡਾਊਨ ਵੋਲਟੇਜ ਡਾਊਨ ਕਰਨੀ ਆ, ਤੇ ਸੈਕੰਡਰੀ ਕੋਇਲ 'ਚ ਨੰਬਰ ਆਫ ਟਰਨ ਥੋੜੀਆਂ ਹੋਣਗੀਆਂ। ਮੈਂ 'ਚ ਨੰਬਰ ਆਫ ਟਰਨ ਘਟਾਤੀਆਂ, ਠੀਕ ਆ। ਇਹਦੇ 'ਚ ਨੰਬਰ ਆਫ ਟਰਨ ਆਪਾਂ ਥੋੜੀਆਂ ਰੱਖਾਂਗੇ। ਦੇਖੋ ਬੁੱਕਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਾਇਗਰਾਮ ਆ, ਡਰ ਨਾ ਜਾਇਓ ਵੀ ਪਤਾ ਨਹੀਂ ਕਿਦਾਂ ਦਾ ਬਣਾਇਆ ਹੋਇਆ, ਠੀਕ ਆ। ਕੋਈ ਟੈਨਸ਼ਨ ਨਹੀਂ ਲੈਣੀ, ਠੀਕ ਆ। ਜਮਾਂ ਸੇਮ ਡਾਇਗਰਾਮ ਆ, ਕੋਈ ਦਿੱਕਤ ਨਹੀਂ। ਓਕੇ, ਹੁਣ ਇਹਦੇ ਵਿੱਚ ਕੀ ਕਰਨਾ ਬੇਟਾ, ਆਪਾਂ ਉੱਪਰ ਵਾਲੇ ਪਾਸੇ ਇੱਥੇ ਦੋ ਟਰਮੀਨਲ ਬਣਾ ਦੇਣਾ, ਇੱਕ ਤਾਂ ਟਰਮੀਨਲ A ਤੇ ਦੂਸਰਾ ਟਰਮੀਨਲ B। ਆਹ ਪ੍ਰਾਇਮਰੀ ਕੋਇਲ ਸੀ, ਆ ਕਿਹੜੀ ਕੋਇਲ ਹੈ ਬੇਟਾ? ਸੈਕੰਡਰੀ ਕੋਇਲ ਟਰਾਂਸਫਾਰਮਰ ਦੀ। ਓਕੇ, ਇੱਥੇ ਅਸੀਂ ਵੋਲਟੇਜ ਇਨਪੁਟ ਕਰਵਾਵਾਂਗੇ। ਇੱਥੇ ਅਸੀਂ ਕੀ ਕਰਾਂਗੇ? ਇਨਪੁਟ ਵੋਲਟੇਜ, ਜਿਹਨੂੰ ਅਸੀਂ ਰੈਕਟੀਫਾਈ ਕਰਨਾ, ਉਹ ਵੋਲਟੇਜ ਅਸੀਂ ਇੱਥੇ ਲਾਵਾਂਗੇ, ਉਹ AC ਹੋਊਗੀ। AC ਵੋਲਟੇਜ ਅਪਲਾਈ ਕਰਾਵਾਂਗੇ, ਆਊਟਪੁੱਟ 'ਚ ਕੀ ਲਵਾਂਗੇ? DC। ਹੁਣ ਆਊਟਪੁੱਟ ਕਿੱਦਾਂ ਦੀ ਹੁੰਦੀ ਆ ਜਾਂ ਕਿੱਥੋਂ ਮਿਲਦੀ ਆ, ਇਹਦਾ ਖਾਸ ਖਿਆਲ ਰੱਖਣਾ। ਪ੍ਰੈਕਟੀਕਲੀ ਇਹ ਕੀ ਚੀਜ਼ ਆ, ਠੀਕ ਆ। ਬਹੁਤ ਸੌਖਾ ਆ, ਮੁਸ਼ਕਲ ਨਹੀਂਗਾ। ਮੈਂ ਕੀ ਕਰਿਆ, ਮੈਂ ਇੱਥੇ ਇੱਕ ਸਿੰਗਲ ਡਾਇਓਡ ਲਗਾਉਂਗਾ। ਕੀ ਆ ਇਹ? ਡਾਇਓਡ। ਕਿਸੇ ਵੀ ਪਾਸੇ ਨੂੰ ਮੂੰਹ ਕਰਕੇ ਲਾ ਦਿਓ, ਤੁਹਾਡਾ ਸਵਾਲ ਗਲਤ ਨਹੀਂ ਹੁੰਦਾ। ਭਾਵੇਂ ਉਰੇ ਨੂੰ ਲਾ ਦਿਓ, ਭਾਵੇਂ ਪਰੇ ਨੂੰ। ਕਿਤਾਬੀ ਕੀੜੇ ਜਿਹੜੇ ਹੋਣਗੇ, ਪੇਪਰ ਚੈੱਕ ਕਰਨਗੇ, ਉਹ ਕਹਿਣਗੇ ਵੀ ਇੱਧਰ ਨੂੰ ਲੱਗਿਆ ਹੋਣਾ ਚਾਹੀਦਾ, ਠੀਕ ਆ। ਕਿੱਧਰ ਨੂੰ ਲਾ ਦਿਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਮਝ ਆ ਰਹੀ ਗੱਲ? ਬਣੂਗਾ ਹਾਫ ਵੇਵ ਰੈਕਟੀਫਾਇਰ ਹੀ। ਨੀਚੇ ਵਾਲੇ ਪਾਸੇ ਕੁਝ ਵੀ ਨਹੀਂ ਲਗਾਉਣਾ, ਔਰ ਇੱਥੇ ਇੱਕ ਰੈਜ਼ਿਸਟੈਂਸ ਹੋਊਗੀ ਬੇਟਾ। ਇਸ ਰੈਜ਼ਿਸਟੈਂਸ ਨੂੰ ਮੈਂ ਲਿਖੂੰਗਾ RL, ਯਾਨੀ ਕਿ ਲੋਡ ਰੈਜ਼ਿਸਟੈਂਸ। ਇਹ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ, ਇਹਦੇ ਅਕ੍ਰੋਸ ਵੋਲਟੇਜ ਦਾ ਡ੍ਰੌਪ ਦੇਖਦੇ ਹਾਂ ਅਸੀਂ। ਕੀ ਦੇਖਦੇ ਹਾਂ? ਵੋਲਟੇਜ ਦਾ ਡ੍ਰੌਪ। ਮੇਰੀ ਗੱਲ ਫੋਲੋ ਕਰ ਰਹੇ? ਵੋਲਟੇਜ ਦਾ ਡ੍ਰੌਪ ਦੇਖਾਂਗੇ ਅਸੀਂ ਇਹਦੇ ਅਕ੍ਰੋਸ। ਆਊਟਪੁੱਟ ਵੋਲਟੇਜ ਮਤਲਬ ਕਹਿਣ ਦਾ ਮੇਰਾ ਇਹ ਆ ਵੀ ਇਹਦੇ ਅਕ੍ਰੋਸ ਮਿਲੂਗੀ ਸਾਨੂੰ ਆਊਟਪੁੱਟ DC। ਤੁਸੀਂ ਇੱਥੇ ਵੋਲਟ ਮੀਟਰ ਲਾ ਕੇ ਪਤਾ ਕਰ ਸਕਦੇ ਕਿੰਨੇ ਵੋਲਟ ਦੀ DC ਮਿਲੀ ਆ, ਠੀਕ ਆ। ਉਹਦੀ ਡਾਇਰੈਕਸ਼ਨ ਨਹੀਂ ਬਦਲਦੀ ਕਦੇ ਵੀ, ਇੱਕ ਹੀ ਪਾਸੇ ਨੂੰ ਰਹੂਗੀ। ਔਰ ਤੁਸੀਂ ਇਹਨੂੰ ਯੂਜ਼ ਕਰਨਾ, ਕਿਤੇ ਮੰਨ ਲਓ ਇਹਦੇ ਨਾਲ ਬਲਬ ਜਗਾਉਣਾ ਇਸ DC ਨਾਲ, ਤਾਂ ਤੁਸੀਂ ਇੱਥੇ ਇੱਕ ਬਲਬ ਲਗਾ ਦਿਓ, ਉਹ ਜਗਦਾ ਰਹੂਗਾ, ਲਗਾਤਾਰ ਜਗੂਗਾ। ਪੱਖਾ ਚਲਾਉਣਾ ਇਹਦੇ ਨਾਲ, ਪੱਖਾ ਚਲਾ ਲਓ, ਛੋਟੀ DC ਮੋਟਰ। ਤੁਸੀਂ ਜੋ ਚੀਜ਼ ਕਰਦਾ ਤੁਸੀਂ ਇੱਥੇ ਯੂਜ਼ ਕਰ ਲਓ, ਕੋਈ ਦਿੱਕਤ ਵਾਲੀ ਗੱਲ। ਮਤਲਬ ਦਿਸ ਇਜ਼ ਆਊਟਪੁੱਟ DC। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆ ਜਾਓ। ਆ P ਸਾਈਡ ਆ, ਆ N ਸਾਈਡ ਹੈ। ਡਾਇਗਰਾਮ ਬਣ ਗਿਆ ਸਭ ਦਾ? ਡਾਇਗਰਾਮ ਬਣ ਗਿਆ, ਜਲਦੀ ਕਰੋ। ਜਲਦੀ ਬਣਾਓ ਬਈ। ਇੱਥੇ ਮੈਂ ਇਨਪੁਟ AC ਅਪਲਾਈ ਕਰੂੰਗਾ। ਇਨਪੁਟ AC, ਠੀਕ ਆ। ਆਊਟਪੁੱਟ DC ਉੱਥੇ ਮਿਲਣੀ ਆ। ਇੱਕ ਡਾਇਓਡ ਲੱਗਿਆ, ਮੁਸ਼ਕਿਲ ਆ ਕੋਈ? ਆ ਕਿਹੜਾ ਟਰਾਂਸਫਾਰਮਰ ਕਿਹੜਾ ਬੇਟਾ? ਸਟੈਪ ਡਾਊਨ। ਔਰ ਰੈਜ਼ਿਸਟੈਂਸ ਆ ਜਿਹਦੇ ਅਕ੍ਰੋਸ ਅਸੀਂ ਵੋਲਟੇਜ ਦਾ ਡ੍ਰੌਪ ਦੇਖਣਾ।
मैं एक गल क्लीयर करदा, जदों सर्किट च करंट चलदा हुंदा ना बेटा, तां ड्रॉप उत्थे हुंदा जिथे रुकावट पैंदी है करंट। जिद्दां मान लो भी खाली च पानी चली जांदा, नाली जिहड़ियां हुंदियां नॉर्मल ਉਹ 'ਚ ਪਾਣੀ ਫਲੋ ਕਰ ਰਿਹਾ, ਠੀਕ ਹੈ। ਤੁਸੀਂ ਕੀ ਕਰਨਾ, ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਉਹ 'ਚ ਕਿੱਟ ਸਿੱਟ ਦਿਓ, ਤਾਂ ਜਿੱਥੇ ਬਲੌਕ ਹੋ ਗਿਆ ਪਾਣੀ ਉੱਥੇ ਇਕੱਠਾ ਹੋਣ ਲੱਗ ਜੂਗਾ ਕਿ ਨਹੀਂ ਹੋ ਜੂ, ਬਸ ਉਹੀ ਕੁਛ ਆ। ਇਹਦੇ ਵਿੱਚ ਕਰੰਟ ਚੱਲਦਾ ਹੋਊਗਾ ਫਾਰਵਰਡ ਬਾਇਸ ਦੇ ਵਿੱਚ, ਸਮਝ ਆ ਰਹੀ ਗੱਲ? ਤਾਂ ਫਾਰਵਰਡ ਬਾਇਸ 'ਚ ਇਹਨੇ ਤਾਂ ਰੁਕਾਵਟ ਪਾਈ ਨਹੀਂ, ਇਹ ਰੁਕਾਵਟ ਪਾਊਗਾ। ਜਿੱਥੇ ਰੁਕਾਵਟ ਪਈ ਵੋਲਟੇਜ ਉੱਥੇ ਡ੍ਰੌਪ ਹੋ ਜੂ ਸਾਰੀ ਦੀ ਸਾਰੀ, ਜਿੰਨੀ ਅਪਲਾਈ ਕੀਤੀ ਸਾਰੀ ਉੱਥੇ ਡ੍ਰੌਪ ਹੋਊਗੀ। ਜਿੱਥੇ ਰੁਕਾਵਟ ਪਈ ਵੋਲਟੇਜ ਡ੍ਰੌਪ ਉੱਥੇ ਹੁੰਦਾ। ਇਹ ਗੱਲ ਪੱਲੇ ਬੰਨ ਲਿਓ, ਪੰਜਾਬੀ 'ਚ ਪੇਜ ਦੇ ਉੱਪਰ ਲਿਖ ਲਿਓ। ਸਰਕਿਟ ਦੇ ਵਿੱਚ ਕਰੰਟ ਨੂੰ ਜਿੱਥੇ ਰੁਕਾਵਟ ਪੈਂਦੀ ਆ ਵੋਲਟੇਜ ਦਾ ਡ੍ਰੌਪ ਉੱਥੇ ਹੁੰਦਾ। ਪੰਜਾਬੀ 'ਚ ਲਿਖ ਲਓ, ਮੈਨੂੰ ਨਹੀਂ ਪਤਾ। ਸਰਕਿਟ 'ਚ ਜਿੱਥੇ ਕਰੰਟ ਨੂੰ ਰੁਕਾਵਟ ਪੈਂਦੀ ਆ, ਜਿੱਥੇ ਉਹਦੇ ਫਲੋ ਦੇ ਵਿੱਚ ਕੋਈ obstacle ਆਉਂਦਾ, ਰੁਕਾਵਟ ਹੋਈ, ਰੈਜ਼ਿਸਟੈਂਸ ਆਫਰ ਹੋਈ, ਵੋਲਟੇਜ ਦਾ ਡ੍ਰੌਪ ਉੱਥੇ ਹੋਊਗਾ। ਦਿਸ ਇਜ਼ ਦ ਕੀ ਪੁਆਇੰਟ। ਮੈਂ ਵਾਰ-ਵਾਰ ਇਹ ਗੱਲ ਰਿਪੀਟ ਕਰੂੰਗਾ। ਕੰਟੀਨਿਊ ਕਰੀਏ, ਠੀਕ ਹੈ ਨਾ। ਜਿੱਥੇ ਕਰੰਟ ਦੇ ਫਲੋ 'ਚ ਰੁਕਾਵਟ ਪਈ ਵੋਲਟੇਜ ਦਾ ਡ੍ਰੌਪ ਉੱਥੇ ਹੋਊਗਾ, ਠੀਕ ਆ। ਨੰਬਰ 2, ਇਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਆਊਟਪੁੱਟ ਕਿੱਥੇ ਲੈ ਰਹੇ ਹਾਂ। ਅਸੀਂ ਇਸ ਟਾਈਮ ਰੈਜ਼ਿਸਟੈਂਸ ਦੇ ਅਕ੍ਰੋਸ ਆਊਟਪੁੱਟ ਲੈ ਰਹੇ ਹਾਂ, ਠੀਕ ਹੈ ਨਾ ਬੇਟਾ। ਤਾਂ ਕਿਸੇ ਨੇ ਤੁਹਾਨੂੰ ਇਹਦਾ ਸਰਕਿਟ ਡਾਇਗਰਾਮ ਨਹੀਂ ਪੁੱਛਣਾ ਵੀ ਵਾਟ ਹੈਪਨਸ। ਸਰਕਿਟ ਬਣਾ ਲਿਆ, ਬਹੁਤ ਸੋਹਣਾ, ਠੀਕ ਆ। ਆ ਕੀ ਆ, ਆ ਹੈਗਾ ਸਾਡਾ, ਇਹਨੂੰ ਕੀ ਬੋਲਦੇ ਆ, ਸਟੈਪ ਡਾਊਨ ਟਰਾਂਸਫਾਰਮਰ। ਓਕੇ, ਅੱਛਾ ਹੁਣ ਮੈਂ ਕੀ ਕਰਨਾ, ਮੈਂ ਤੁਹਾਨੂੰ ਜਸਟ ਗੱਲ ਸਮਝਾਉਣੀ ਆ ਤੇ ਉਸ ਤੋਂ ਬਾਅਦ ਲਿਖਾਉਣੀ ਆ, ਇੰਨਾ ਕੰਮ ਹੀ ਕਰਨਾ ਨਾ। ਤਾਂ ਪਹਿਲਾਂ ਤਾਂ ਆਪਾਂ ਲਿਖਦੇ ਹਾਂ ਫਿਰ ਸਮਝਦੇ ਹਾਂ, ਪਹਿਲਾਂ ਸਮਝਦੇ ਫਿਰ ਲਿਖਦੇ। ਮੈਂ ਇੱਧਰ ਥੋੜਾ ਜਿਹਾ ਇੱਕ ਸਰਕਿਟ ਸੌਰੀ ਇੱਕ ਗ੍ਰਾਫ ਬਣਾਉਣਾ, ਠੀਕ ਆ। ਤੁਹਾਡੇ ਕੋਲ ਨੀਚੇ ਸਪੇਸ ਆ, ਨੀਚੇ ਬਣਾ ਲਓ, ਨੀਚੇ ਬਣਾ ਦਾਂ। ਤੁਸੀਂ ਇਹ ਗ੍ਰਾਫ ਜਿਹੜਾ ਹੈਗਾ ਇਹਦੇ ਨਾਲ ਬਣਾ ਸਕਦੇ ਸਰਕਿਟ ਦੇ, ਕੋਈ ਦਿੱਕਤ ਵਾਲੀ ਗੱਲ, ਠੀਕ ਆ। ਗੱਲ ਸਮਝ ਕੇ ਬਣਾਇਓ, ਬਾਅਦ ਚ ਵੀ ਬਣਾ ਸਕਦੇ ਆ। ਮੇਰਾ ਕੰਮ ਆ ਪਹਿਲਾਂ ਤੁਹਾਨੂੰ ਸਮਝਾਉਣਾ, ਧਿਆਨ ਨਾਲ ਦੇਖਿਓ। ਮੈਂ ਇਨਪੁਟ ਤੇ ਆਊਟਪੁੱਟ ਏਸੀ ਬਣਾ ਰਿਹਾ। A ਟਰਮੀਨਲ ਤੇ ਸਿਗਨਲ ਆ ਵੋਲਟੇਜ ਐਟ A ਆ, ਠੀਕ ਆ। ਇੱਥੇ ਜਿੰਨੀ ਇੱਥੇ ਹੋਈ, ਜੇ ਇੱਥੇ ਪੋਜ਼ਿਟਿਵ ਹੋਈ ਤੇ ਇੱਥੇ ਕੀ ਹੋਊਗੀ, ਨੈਗੇਟਿਵ। ਜੇ ਇੱਥੇ ਨੈਗੇਟਿਵ ਹੋਈ ਤੇ ਇੱਥੇ ਕੀ ਹੋਊਗੀ, ਪੋਜ਼ਿਟਿਵ, ਕਿਉਂਕਿ ਏਸੀ ਆ ਰਹੀ ਹੈ ਨਾ। ਸਮਝ ਆ ਰਹੀ ਗੱਲ? ਦੋਨੋਂ ਟਰਮੀਨਲ, ਇੱਕ ਪੋਜ਼ਿਟਿਵ ਤੇ ਦੂਜਾ ਨੈਗੇਟਿਵ ਹੋਊਗਾ। ਅਗਲੇ ਹਾਫ ਸਾਈਕਲ 'ਚ ਆ ਪੋਜ਼ਿਟਿਵ ਆ ਨੈਗੇਟਿਵ, ਅਗਲੇ ਹਾਫ ਸਾਈਕਲ 'ਚ ਆ ਪੋਜ਼ਿਟਿਵ ਆ ਨੈਗੇਟਿਵ, ਮਤਲਬ ਕਿ ਰੈਸੀਪ੍ਰੋਕਲ ਹੁੰਦੇ ਜਾਣਗੇ। ਓਕੇ, ਮੈਂ ਕੀ ਕਰਿਆ, ਮੈਂ ਇੱਥੇ ਇੱਕ ਏਸੀ ਡਰਾ ਕੀਤੀ। ਤੁਹਾਡਾ ਜੀ ਕਰੇ ਤੁਸੀਂ ਜਿੱਦਾਂ ਮਰਜ਼ੀ ਬਣਾ ਲਿਓ, ਮੈਨੂੰ ਕੋਈ ਦਿੱਕਤ ਨਹੀਂ, ਠੀਕ ਆ। 5 ਸਾਈਕਲ ਬਣਾ ਲਿਓ, 6 ਬਣਾ ਲਿਓ, ਠੀਕ ਆ। ਬਹੁਤ ਆ ਇਹਨੇ, ਤੁਹਾਡੇ ਕੋਲ ਸਪੇਸ ਹੋਣਾ ਚਾਹੀਦਾ ਥੋੜਾ ਜਿਹਾ ਪੇਜ ਤੇ। ਵਾਲੇ ਵੱਡੇ ਬਣਾਉਣ ਦੀ ਲੋੜ ਨਹੀਂ, ਛੋਟੇ ਬਣਾ ਲਿਓ ਬਸ। ਪਰ ਆਪਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਆਹ ਏਸੀ ਆ, ਔਰ ਮੇਰੇ ਕੋਲ ਹੋ ਸਕਦਾ ਥੋੜਾ ਬਹੁਤਾ ਡਿਫਰੈਂਸ ਰਹਿ ਜਾਵੇ, ਠੀਕ ਆ। ਹਾਈਟਾਂ ਸੇਮ ਰੱਖਿਓ, ਫੋਲੋ ਕਰ ਰਹੇ ਨਾ ਗੱਲ ਨੂੰ। ਇੱਕੋ ਜਿਹੀਆਂ ਹਾਈਟਸ ਔਰ ਇੱਕੋ ਫ੍ਰੀਕੁਐਂਸੀ, ਸੇਮ ਸਾਰਾ ਇੱਕੋ ਜਿਹਾ। ਜਿਹੜੇ ਹੈਗੇ ਪਹਿਲਾਂ ਮਾਰਕ ਕਰ ਲਈਦੇ ਹੁੰਦੇ ਆ, ਠੀਕ ਹੈ ਨਾ। ਆ ਜਾਓ, ਆਊਟਪੁੱਟ ਜਿਹੜੀ ਆ ਅਸੀਂ ਇੱਥੇ ਡਰਾ ਕਰਾਂਗੇ ਨੀਚੇ ਵਾਲੇ ਪਾਸੇ। ਇਹ ਆਊਟਪੁੱਟ ਆ, ਇਹ ਕੀ ਆ, ਇਹ ਹੈਗੀ ਆ ਇਨਪੁੱਟ ਐਟ A। ਇੱਥੇ B ਵੀ ਲਿਖ ਸਕਦਾ ਮੈਂ ਜਾਣ ਕੇ ਇਹ ਲਿਖਿਆ, ਮੈਂ ਇੱਥੇ B ਵੀ ਲਿਖ ਸਕਦਾ, ਠੀਕ ਆ। A ਤੇ ਇਨਪੁੱਟ ਕਿਹੜੀ ਆ, ਆ ਉਹ ਲਿਖੀ ਮੈਂ, ਐਂਡ ਦਿਸ ਇਜ਼ ਆਊਟਪੁੱਟ, ਆਊਟਪੁੱਟ DC। ਇੱਥੇ ਬਣਾਵਾਂਗੇ, ਹਜੇ ਮੈਨੂੰ ਪਤਾ ਨਹੀਂ ਕਿੱਦਾਂ ਬਣਨੀ ਹੈ। ਮੈਂ ਜਸਟ ਇੱਕ ਡਾਇਗਰਾਮ ਡਰਾ ਕੀਤਾ ਤੁਹਾਨੂੰ ਗੱਲ ਸਮਝਾਉਣ ਵਾਸਤੇ। ਆ ਡਾਟਡ ਲਾਈਨ ਡਰਾ ਕੀਤੀ ਆ ਤਾਂ ਕਿ ਡਾਇਗਰਾਮ ਦੇ ਵਿੱਚ ਕੋਈ ਮਿਸਮੈਚ ਨਾ ਆਵੇ, ਇੱਕੋ ਜਿਹਾ ਬਣੇ ਡਾਇਗਰਾਮ ਵਧੀਆ ਤਰੀਕੇ ਦਾ। ਆ ਜਾਓ, ਬਣਾ ਲਿਆ ਸਾਰਿਆਂ ਨੇ। ਇਧਰ ਵਾਲੇ ਪਾਸੇ ਐਕਸ ਐਕਸਿਸ ਤੇ ਟਾਈਮ ਲੈ ਲਿਓ, ਉਧਰ ਵੋਲਟੇਜ ਲਿਖੀ ਆ, ਇਧਰ ਟਾਈਮ। ਇੱਥੇ ਗੈਪ ਦੇ ਦਿਓ, ਇੱਥੇ ਗ੍ਰਾਫ ਬਣਨਾ ਇਹਦੇ ਨਾਲ ਹੀ ਨਾ ਜੋੜ ਦਿਓ। ਓਕੇ, ਕੰਟੀਨਿਊ ਕਰੀਏ, ਕੰਟੀਨਿਊ ਕਰੀਏ। ऑनलाइन समझ आ रहा है बेटा? यस सर। चलो आ जाओ। ਹੁਣ ਹੁੰਦਾ ਕੀ ਆ, ਪਹਿਲਾਂ ਇੱਧਰ ਦੇਖੋ, ਸਮਝੋ, ਫਿਰ ਆਪਾਂ ਲਿਖਾਂਗੇ।
देखो इस जगह ते AC इनपुट करवाई इत्थे, ठीक है, AC इनपुट आ रही, मतलब AC इनपुट ਇਹਦੇ ਨਾਲ ਦੀ ਸੀ। ਅਸਲ 'ਚ ਦਿੱਕਤ ਕੀ ਆ, ਟਰਾਂਸਫਾਰਮਰ 180 ਦਾ ਫੇਸ ਡਿਫਰੈਂਸ ਪਾ ਦਿੰਦਾ। ਮੈਂ ਸਹੀ ਦੱਸਾਂ ਤੁਹਾਨੂੰ, ਟਰਾਂਸਫਾਰਮਰ ਕਿੰਨਾ ਫੇਸ ਡਿਫਰੈਂਸ ਪਾਉਂਦਾ, 180 ਡਿਗਰੀ ਦਾ। ਮਤਲਬ ਕਹਿਣ ਦਾ ਇਹ ਵੀ ਜੇ A ਪੁਆਇੰਟ ਤੇ ਪੋਜ਼ਿਟਿਵ ਸਾਈਨ ਆਇਆ, ਇਟ ਮੀਨਸ ਇੱਧਰ ਨੈਗੇਟਿਵ ਸੀ ਪਹਿਲਾਂ ਉੱਪਰ ਵਾਲੇ ਪਾਸੇ, ਆ ਪੋਜ਼ਿਟਿਵ ਸਾਈਨ ਸੀ, ਠੀਕ ਆ। ਉਸ ਤੋਂ ਬਾਅਦ ਅਗਲੇ ਸਾਈਕਲ 'ਚੋਂ ਚੇਂਜ ਹੋ ਜਾਣਾ, ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ। ਆਪਾਂ ਜਸਟ ਇਹ ਲਿਖਾਂਗੇ ਵੀ ਮੰਨ ਲਓ ਫਸਟ ਹਾਫ ਸਾਈਕਲ 'ਚ ਇੱਥੋਂ ਜਦੋਂ AC ਅਪਲਾਈ ਕੀਤੀ ਤਾਂ ਟਰਾਂਸਫਾਰਮਰ ਨੇ ਕੀ ਕੰਮ ਕੀਤਾ, ਉਹਨੂੰ ਵੋਲਟੇਜ ਨੂੰ ਡਾਊਨ ਕਰਤਾ। ਜਿੰਨੀ ਸਾਨੂੰ ਲੋੜ ਆ ਅਸੀਂ ਉਦਾਂ ਦਾ ਟਰਾਂਸਫਾਰਮਰ ਇੱਥੇ ਲਗਾ ਲਾਂਗੇ ਔਰ ਵੋਲਟੇਜ ਨੂੰ ਕੀ ਕਰ ਦਾਂਗੇ, ਡਾਊਨ। ਹੋ ਗਈ ਵੋਲਟੇਜ ਡਾਊਨ। ਜਦੋਂ ਵੋਲਟੇਜ ਡਾਊਨ ਹੋ ਗਈ, ਹੈਗੀ ਤਾਂ ਉਹ AC ਆ, ਟਰਾਂਸਫਾਰਮਰ DC ਨਹੀਂ ਨਾ ਬਣਾਉਂਦਾ, ਟਰਾਂਸਫਾਰਮਰ ਇਹਦੀ DC ਨਹੀਂ ਬਣਾਉਂਦਾ, ਇਹ AC ਰਹਿਣੀ ਆ। ਜਦੋਂ ਇੱਥੇ ਮਾਈਨਸ ਨੈਗੇਟਿਵ ਹੈਗਾ ਟਰਮੀਨਲ, ਆ ਪੋਜ਼ਿਟਿਵ ਆ ਨੈਗੇਟਿਵ ਤਾਂ ਆ ਪੋਜ਼ਿਟਿਵ ਬਣ ਜੂ, ਠੀਕ ਹੈ ਨਾ। ਪਲਟੀ ਮਾਰਦਾ ਟਰਾਂਸਫਾਰਮਰ, ਕਿੰਨੇ ਡਿਗਰੀ ਦਾ ਫੇਸ ਡਿਫਰੈਂਸ ਪਾਉਂਦਾ, 180। ਠੀਕ ਆ, ਇਹ ਗੱਲ ਪਹਿਲਾਂ ਪੜ੍ਹੀ ਨਹੀਂ ਹੋਈ, ਤੁਸੀਂ ਧਿਆਨ ਨਾਲ ਸੁਣ ਲਿਓ। ਟਰਾਂਸਫਾਰਮਰ ਫੇਸ ਡਿਫਰੈਂਸ ਕਿੰਨਾ ਕ੍ਰੀਏਟ ਕਰਦਾ, 180 ਡਿਗਰੀ ਦਾ, ਧਿਆਨ ਰੱਖਿਓ। ਆ ਜਾਓ ਕੰਮ ਦੀ ਗੱਲ ਤੇ। ਤਾਂ ਆਪਾਂ ਇਹ ਮੰਨਦੇ ਆ ਵੀ ਡਿਊਰਿੰਗ ਫਸਟ ਹਾਫ ਸਾਈਕਲ ਆਫ ਇਨਪੁਟ AC, ਵੀ ਜਿਹੜੀ ਪਹਿਲੀ ਹਾਫ ਸਾਈਕਲ ਹੈ ਇਹਦੀ ਇਨਪੁਟ AC ਦੀ, ਉਹਦੇ ਵਿੱਚ ਆਪਾਂ ਮੰਨ ਲਿਆ ਵੀ ਸਪੋਜ਼ ਟਰਮੀਨਲ A ਜਿਹੜਾ ਆ, ਆਫਟਰ ਸਟੈਪਿੰਗ ਡਾਊਨ ਦਾ ਵੋਲਟੇਜ ਨੂੰ ਸਟੈਪ ਡਾਊਨ ਕਰਨ ਤੋਂ ਬਾਅਦ ਜਿਹੜਾ ਆਪਣੇ ਕੋਲੇ ਆ ਸੈਕੰਡਰੀ ਕੋਇਲ ਆ, ਇਹਦੇ ਵਿੱਚ A ਟਰਮੀਨਲ ਆ, ਇਹ ਪੋਜ਼ਿਟਿਵ ਹੋ ਗਿਆ ਤੇ B ਨੈਗੇਟਿਵ ਹੋ ਗਿਆ। ਆ ਸਾਡਾ ਪਹਿਲਾ ਹਾਫ ਸਾਈਕਲ ਆ ਗਿਆ, ਠੀਕ ਆ। ਹੁਣ A ਤਾਂ ਹੈਗਾ ਪੋਜ਼ਿਟਿਵ ਤੇ B ਹੈਗਾ ਨੈਗੇਟਿਵ। ਆਹ ਵਾਲੇ ਹਾਫ ਸਾਈਕਲ ਦੀ ਗੱਲ ਕਰ ਰਹੇ ਹਾਂ। ਇੱਥੇ ਪੋਜ਼ਿਟਿਵ ਵੱਡਾ ਹੋਈ ਜਾਂਦਾ, 5 ਵੋਲਟ ਤੱਕ ਆ ਗਿਆ, ਮੰਨ ਲਓ ਆ -5 ਹੋ ਗਿਆ, ਹੌਲੀ ਹੌਲੀ ਘਟ ਕੇ ਆ 0 ਹੋ ਜੂ, ਆ ਵੀ 0 ਹੋ ਜੂ, ਤਾਂ ਆ ਪੋਜੀਸ਼ਨ ਦੁਬਾਰਾ ਆ ਜੂ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਫਿਰ ਨੈਗੇਟਿਵ ਹੋ ਜੂ, ਯਾਨੀ ਕਿ ਆ ਮਾਈਨਸ ਹੋ ਜੂਗਾ, ਆ ਪਲੱਸ ਹੋ ਜੂ, ਫਿਰ ਆ -5 ਤੱਕ ਵਧੂਗਾ, ਠੀਕ ਹੈ। ਏਦਾਂ ਹੀ ਚੱਲਣਾ ਸਟੋਰੀ, ਓਕੇ। ਆ ਜਾਓ, ਤਾਂ ਪੋਜ਼ਿਟਿਵ P ਨਾਲ ਪੋਜ਼ਿਟਿਵ ਤੇ N ਨਾਲ ਨੈਗੇਟਿਵ ਜੁੜਿਆ, ਤਾਂ ਇਹ ਫਾਰਵਰਡ ਜਾਂ ਰਿਵਰਸ, P ਨੂੰ ਪੋਜ਼ਿਟਿਵ ਤੇ N ਨੂੰ ਨੈਗੇਟਿਵ, ਫਾਰਵਰਡ ਜਾਂ ਰਿਵਰਸ, ਫਾਰਵਰਡ। ਇਹ ਫਾਰਵਰਡ ਬਾਇਸ ਹੋ ਗਿਆ। ਜਦੋਂ ਇਹ ਫਾਰਵਰਡ ਬਾਇਸ ਹੋਇਆ, ਇਹਨੇ ਤੇ ਕਰੰਟ ਚਲਾਤਾ, ਕਰੰਟ ਚੱਲਿਆ। ਲਓ ਜੀ, ਕਰੰਟ ਚੱਲਿਆ ਤੇ ਮੈਂ ਕਰੰਟ ਡਰਾ ਕਰ ਦਿੰਦਾ, ਦੇਖਿਓ ਪੋਜ਼ਿਟਿਵ ਤੋਂ ਨੈਗੇਟਿਵ ਵੱਲ ਨੂੰ ਕਰੰਟ ਐ ਚੱਲਿਆ ਕਿ ਨਹੀਂ ਚੱਲਿਆ। ਹੁਣ ਕਰੰਟ ਇਹਦੇ ਵਿੱਚੋਂ ਰੈਜ਼ਿਸਟੈਂਸ ਵਿੱਚੋਂ ਲੰਘਿਆ। ਹੁਣ ਮੈਨੂੰ ਦੱਸੋ ਵੀ ਕਰੰਟ ਇੱਥੋਂ ਪੂਰਾ ਗੇੜਾ ਦੇ ਕੇ ਵਾਪਸ ਆ ਜਾਊਗਾ। ਮੈਨੂੰ ਇੱਕ ਗੱਲ ਦੱਸੋ ਵੀ ਕਰੰਟ ਨੂੰ ਰੁਕਾਵਟ ਡਾਇਓਡ ਨੇ ਪਾਈ ਕਿ ਨਹੀਂ ਪਾਈ? ਡਾਇਓਡ ਨੇ ਕਰੰਟ ਲੰਘਣ ਦਿੱਤਾ ਕਿ ਨਹੀਂ ਦਿੱਤਾ? ਲੰਘਣ ਦਿੱਤਾ। ਫਾਰਵਰਡ ਬਾਇਸ ਦੇ ਵਿੱਚ ਉਹ ਕਹਿੰਦਾ ਬਈ ਕਰੰਟ ਲੰਘ ਜਵੇ। ਤਾਂ ਇਸ ਕਰੰਟ ਨੂੰ ਰੁਕਾਵਟ ਇਸ ਸਰਕਟ 'ਚ ਕਿਹਨੇ ਪਾਈ? ਰੈਜ਼ਿਸਟੈਂਸ ਨੇ। ਇਹਦਾ ਮਤਲਬ ਜਿਹੜੀ ਵੋਲਟੇਜ ਅਸੀਂ ਇੱਥੇ ਅਪਲਾਈ ਕੀਤੀ ਆ, ਇੱਥੇ ਵੋਲਟੇਜ ਜਿਹੜੀ ਜੇ ਵੋਲਟ ਮੀਟਰ ਲਾਓਗੇ ਤੁਹਾਨੂੰ ਵੋਲਟੇਜ ਮਿਲੂਗੀ, ਉਹ ਸਾਰੀ ਦੀ ਸਾਰੀ ਕਿੱਥੇ ਮਿਲ ਜੂਗੀ? ਆਊਟਪੁੱਟ ਤੇ। ਜਿੰਨੀ ਅਪਲਾਈ ਕੀਤੀ ਓਨੀ ਦੀ ਓਨੀ ਸਾਨੂੰ ਕਿੱਥੇ ਮਿਲ ਜੂਗੀ? ਆਊਟਪੁੱਟ ਤੇ। ਜੇ ਇੱਥੇ ਵੋਲਟੇਜ ਘੱਟ ਹੋਈ ਤੇ ਇੱਥੇ ਵੀ ਘੱਟ ਹੋਊਗੀ, ਜੇ ਇੱਥੇ ਵੋਲਟੇਜ ਵੱਧ ਹੋਈ ਤਾਂ ਇੱਥੇ ਵੀ ਵੱਧ ਹੋਊਗੀ। ਜਿੱਦਾਂ ਦਾ ਇਨਪੁਟ ਸਿਗਨਲ ਸੀ, ਇਹਦੇ ਨਾਲ ਦਾ ਸੇਮ ਆਊਟਪੁੱਟ ਸਿਗਨਲ ਮਿਲ ਗਿਆ। ਲਓ ਵੀ ਇੱਕ ਹਾਫ ਸਾਈਕਲ ਮੇਰਾ ਕੰਪਲੀਟ ਹੋ, ਫੋਲੋ ਕਰ ਰਹੇ? ਜਮਾਂ ਸੇਮ ਸਿਗਨਲ। ਫਿਰ ਕੀ ਹੋਇਆ? ਫਿਰ ਨਵੇਂ ਹਾਫ ਸਾਈਕਲ ਦੀ ਸਟੋਰੀ ਆ ਗਈ। ਆਉਣਾ ਹੀ ਅਗਲਾ ਹਾਫ ਸਾਈਕਲ AC ਦਾ। ਇਨਪੁਟ AC ਦੇ ਅਗਲੇ ਹਾਫ ਸਾਈਕਲ 'ਚ ਆਹ ਵਾਲਾ ਟਰਮੀਨਲ ਹੋ ਗਿਆ ਮਾਈਨਸ ਦਾ, ਆਹ ਟਰਮੀਨਲ ਹੋ ਗਿਆ ਪੋਜ਼ਿਟਿਵ। ਜਦੋਂ ਆ ਮਾਈਨਸ ਤੇ ਆ ਪਲੱਸ ਤਾਂ ਡਾਇਓਡ ਰਿਵਰਸ ਬਾਇਸ 'ਚ ਆ ਗਿਆ। ਹੁਣ ਰੁਕਾਵਟ ਕਿਹਨੇ ਪਾਈ? ਕਰੰਟ ਨਹੀਂ ਚਲਾਇਆ। ਉਹ ਕਹਿੰਦਾ ਮੈਂ ਨਹੀਂ ਕਰੰਟ ਚਲਾਉਂਦਾ। ਜਦੋਂ ਕਰੰਟ ਇਹਨੇ ਅਲਾਉ ਨਹੀਂ ਕੀਤਾ ਤਾਂ ਕੀ ਰੈਜ਼ਿਸਟੈਂਸ ਤੇ ਵੋਲਟੇਜ ਡ੍ਰੌਪ ਹੋ ਜਾਊਗਾ? ਕਿਉਂਕਿ ਸਾਰੀ ਵੋਲਟੇਜ ਕੌਣ ਖਾ ਗਿਆ? ਡਾਇਓਡ ਖਾ ਗਿਆ। ਜਦੋਂ ਡਾਇਓਡ ਸਾਰੀ ਰੈਜ਼ਿਸਟੈਂਸ ਖਾ ਗਿਆ, ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਇੱਥੇ ਕਰੰਟ, ਇੱਥੇ ਵੋਲਟੇਜ ਕੀ ਹੋਊਗੀ? 0। ਫੋਲੋ ਕਰ ਰਹੇ ਆ ਕਿ ਨਹੀਂ ਕਰ ਰਹੇ? ਸਰਕਾਰੀ ਗ੍ਰਾਂਟ ਵਾਲਾ ਹਿਸਾਬ ਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆ ਰਾਹ ਵਾਲੇ ਆ ਜਨਤਾ। ਤਾਂ ਜਦੋਂ ਉੱਪਰੋਂ ਕਰੰਟ ਚੱਲਿਆ ਹੀ ਨਹੀਂ ਤਾਂ ਵਿਚਾਰੀ ਜਨਤਾ ਨੂੰ ਕੀ ਮਿਲਣਾ? ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਕਰੰਟ ਲੰਘੂਗਾ ਤਾਂ ਹੀ ਕੋਈ ਜਨਤਾ ਤੇ ਡ੍ਰੌਪ ਹੋਊਗਾ। ਤਾਂ ਜਨਤਾ ਤੇ ਆਊਟਪੁੱਟ ਕਿੰਨੀ ਆ ਗਈ? 0। ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਠੀਕ ਹੈ ਨਾ? ਕਿਉਂ ਪੁੱਤਰ? ਤਾਂ ਜਿਹੜਾ ਨੈਗੇਟਿਵ ਇੱਥੇ ਇਹਨੇ ਰੁਕਾਵਟ ਪਾਈ ਤਾਂ ਵੋਲਟੇਜ ਡ੍ਰੌਪ ਇੱਥੇ। ਹੁਣ ਤੁਸੀਂ ਜੇ ਇੱਥੇ ਵੋਲਟ ਮੀਟਰ ਲਾ ਕੇ ਚੈੱਕ ਕਰੋਗੇ ਨਾ ਤਾਂ ਤੁਹਾਡੀ ਆਹ ਸੇਮ ਵੋਲਟੇਜ ਆਊਗੀ, ਆਹ ਵਾਲੀ ਇੱਥੇ ਆਊ। ਪਰ ਆਊਟਪੁੱਟ ਆਪਾਂ ਇੱਥੇ ਥੋੜੀ ਲੈ ਰਹੇ ਹਾਂ। ਆਊਟਪੁੱਟ ਅਸੀਂ ਕਿੱਥੇ ਲੈ ਰਹੇ ਹਾਂ? ਇਸ ਜਗ੍ਹਾ। ਇੱਥੇ ਕਿੰਨੀ ਆਊਟਪੁੱਟ ਆਈ? 0। ਦੱਸੋ ਇੱਕ ਹਾਫ ਵੇਸਟ ਹੋ ਗਿਆ ਕਿ ਨਹੀਂ ਹੋਇਆ? ਵੇਸਟ ਹੋ ਗਿਆ ਨਾ।
अगले हाफ फिर वही स्टोरी, अगले हाफ फिर वही स्टोरी, करंट चलूगा, उस तो बाद फिर जीरो, फिर वही स्टोरी, करंट चलूगा फिर जीरो। हुण मैनूं दसो भी ये हाफ वेव रेक्टिफायर है कि नहीं है? शेयर बन जो, जल्दी डायग्राम पूरा करो तो लिखना शुरू करिए आप। इनू बोलते हाफ वेव रेक्टिफायर, पता लग रहा है सारिਆਂ ਨੂੰ? इस तो बाद फुल वेव करना, जल्दी करो। लिखो इन हाफ वेव रेक्टिफायर, इन हाफ वेव रेक्टिफायर लिखना लिखना शुरू करिए। बन गया सर्किट? लिखो इन हाफ वेव रेक्टिफायर इनपुट AC टू बी रेक्टिफाइड, इनपुट AC टू बी रेक्टिफाइड, जिन्होंने रेक्टिफाई असी करना, इनपुट AC टू बी रेक्टिफाइड is applied across P coil, प्राइमरी coil ਨੂੰ ਕੀ ਲਿਖਦੇ ਅਸੀਂ? is applied across P coil of a step down transformer, P coil of a step down transformer, P coil of step down transformer, पता लग रहा? ठीक है। ਜਦੋਂ कि सेकेंडरी coil ਜਿਹੜੀ ਆ ਉਹਦੇ ਵਿੱਚ ਇੱਕ डायोड, डायोड ਦਾ ਨਾਮ D ਰੱਖ ਦੇਣਾ, डायोड D and a load resistance L, ठीक है। These are connected in series across the secondary coil, लिख दो। And a diode D and load resistance RL are connected in series, diode capital D and load resistance RL, load resistance RL in series are connected across, in series are connected across S coil of transformer, connected across S coil of transformer। आउटपुट वोल्टेज कितने ले रहे हैं? डॉट ला के लिखो। आउटपुट DC is obtained across, output DC is obtained across RL, आउटपुट DC ਅਸੀਂ RL ਦੇ ਅਕ੍ਰੋਸ ਲੈ ਰਹੇ ਹਾਂ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਕਿੱਥੇ ਲੈ ਰਹੇ ਹਾਂ ਆउटपुट DC? RL ਦੇ ਅਕ੍ਰੋਸ। ਠੀਕ ਆ ਪੁੱਤਰੋ, ਮੈਂ ਇੱਕ ਗੱਲ ਦੱਸਦਾ, ਵੈਸੇ ਤੁਹਾਨੂੰ ਇੱਥੇ ਵੀ ਲੈ ਸਕਦੇ, ਜੇ ਤੁਸੀਂ ਇੱਥੇ ਵੋਲਟਮੀਟਰ ਲਾ ਦੋਗੇ ਤਾਂ ਵੀ ਤੁਹਾਨੂੰ DC ਮਿਲੂਗੀ, ਉਹ ਤੋਂ ਪਲਟੀ ਵਾਲੀ ਮਿਲੂਗੀ ਦੂਜੀ। ਇਹ ਵਾਲੀ DC ਉੱਪਰ ਵਾਲੀ ਮਿਲੀ ਹੈ ਨਾ, ਤੇ ਜੇ ਇੱਥੇ ਵੋਲਟਮੀਟਰ ਲਾ ਤੋਂ ਆਹ ਵਾਲੀ DC ਕਿੱਥੇ ਮਿਲੂਗੀ? ਇਹ ਵਾਲੀ ਨੀਚੇ ਵਾਲੀ DC ਮਿਲੂਗੀ। ਠੀਕ ਆ, ਉਹ ਵੀ DC ਹੈ, ਇਹ ਵੀ DC। ਠੀਕ ਆ, ਤਾਂ ਖੈਰ ਇਦਾਂ ਦਾ ਹੁੰਦਾ ਨਹੀਂ, ਤੁਸੀਂ ਬਸ ਠੀਕ ਹੈ ਜਿੰਨਾ ਹੈਗਾ ਤਾਂ ਤੁਸੀਂ ਉਹਨਾਂ ਧਿਆਨ ਕਰ ਲਓ, ਇੰਨਾ ਬੜਾ। ਠੀਕ ਹੈ ਨਾ, ਆਪਾਂ ਕਿੱਥੇ ਲੈ ਰਹੇ ਆ? ਇਹਦੇ ਅਕ੍ਰੋਸ ਆਊਟਪੁੱਟ ਲੈ ਰਹੇ ਹਾਂ। ਇੱਕ ਸਟੋਰੀ ਕਲੀਅਰ ਹੋ ਗਈ, ਸਰਕਿਟ ਤੁਹਾਡੇ ਸਮਝ ਆ ਗਿਆ। ਨਵੀਂ ਲਾਈਨ ਚ ਆ ਜਾਓ, ਪੁਆਇੰਟ ਬਣਾਈਏ ਨਵੀਂ ਲਾਈਨ ਚ। ਹੁਣ ਮੈਂ 2 ਹੀ ਪੁਆਇੰਟ ਲਿਖਾਊਂਗਾ। ਕਿੰਨੇ ਪੁਆਇੰਟ ਲਿਖਾਊਂਗਾ? ਠੀਕ ਹੈ, ਪਹਿਲਾ ਹਾਫ ਸਾਈਕਲ ਔਰ ਦੂਜਾ ਹਾਫ ਸਾਈਕਲ ਇਨਪੁਟ AC ਦਾ। ठीक है ना, लिख दो नवी लाइन तो। लिखो सपोज ड्यूरिंग फर्स्ट हाफ साइकिल ऑफ इनपुट AC, सपोज ड्यूरिंग फर्स्ट हाफ साइकिल ऑफ इनपुट AC, इनपुट AC ਦੀ ਪਹਿਲੀ ਹਾਫ ਸਾਈਕਲ ਵਾਸਤੇ। ਹੁਣ ਬੱਚੇ ਦੇਖੋ, ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਕਲੀਅਰ ਕਰਦਾ। ਦੇਖੋ ਇਹਦੇ ਵਿੱਚ ਕਿਤੇ ਲਿਖਿਆ ਨਹੀਂ ਹੋਇਆ ਵੀ ਪਹਿਲੀ ਹਾਫ ਸਾਈਕਲ ਇਨਪੁਟ AC ਦੀ ਇੱਧਰ ਆਹੀ ਆ। इनपुट AC ਦੀ ਪਹਿਲੀ ਹਾਫ ਸਾਈਕਲ ਨੀਚੇ ਵਾਲੀ ਆ, ਟਰਾਂਸਫਾਰਮਰ ਨੇ 180 ਦਾ ਫੇਸ ਡਿਫਰੈਂਸ ਪਾਇਆ, ਤਾਂ ਜੇ ਇੱਥੇ ਇਨਪੁਟ ਆਹ ਵਾਲੀ ਦਿੱਤੀ ਨੀਚੇ ਵਾਲੀ, ਤਾਂ ਇੱਥੇ ਆਊਟਪੁੱਟ ਮੈਨੂੰ ਆਹ ਵਾਲੀ ਮਿਲੀ। ਸਟੋਰੀ ਸਮਝ ਆ ਰਹੀ ਕਿ ਨਹੀਂ ਆ ਰਹੀ? ਜੇ ਇੱਥੇ ਇਨਪੁਟ ਨੀਚੇ ਵਾਲੀ ਦਿੱਤੀ ਤਾਂ ਆਊਟਪੁੱਟ ਦੇ ਵਿੱਚ ਮੈਨੂੰ ਉੱਪਰ ਵਾਲੀ ਵੇਵ ਮਿਲੀ ਹੈ, ਕਿਉਂਕਿ 180 ਦਾ ਫੇਸ ਡਿਫਰੈਂਸ ਕਿਹਨੇ ਤਿਆਰ ਕੀਤਾ ਹੈਗਾ? ਟਰਾਂਸਫਾਰਮਰ ਨੇ। ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਹਾਂ ਬਈ, ਤਾਂ ਟੈਨਸ਼ਨ ਨਹੀਂ ਲੈਣੀ, ਕਿ ਥੋੜਾ ਸਮਝ ਆਇਆ ਤੁਹਾਨੂੰ? ਜ਼ਿਆਦਾ ਉੱਪਰ ਦੀ ਤੇ ਨਹੀਂ ਜਾਂਦਾ? ਕਿੱਥੇ? ਇਹ ਤਾਂ ਬੇਟਾ ਆਹ ਦੇਖ, ਮੈਂ ਇਨਪੁਟ ਥੋੜੀ ਲਿਖੀ, ਇਨਪੁਟ ਐਟ A, ਇੱਥੇ ਇਨਪੁਟ ਆ। ਇਹ ਵੋਲਟੇਜ ਮੈਂ ਇੱਥੋਂ ਵਾਲੀ ਲਿਖੀ ਆ,
ये मैं इथों वाली नहीं लिखी गई, समझ आ रही गल कि नहीं आ रही? आ स्पेशली लिखा देखे इनपुट एट ए पॉइंट ते मेरा टर्मिनल वोल्टेज है, ठीक है ना, समझ आ रही है? पॉजिटिव ही मनी तो खैर लिखो सपोज ड्यूरिंग फर्स्ट हाफ साइकिल ऑफ इनपुट एसी, कॉमा ला के लिखो टर्मिनल ए इज एट पॉजिटिव पोटेंशियल, टर्मिनल कैपिटल ए, टर्मिनल ए इज at positive potential and terminal B is at negative potential. Terminal A is at positive potential and terminal B is at negative potential. Terminal B negative potential there. Terminal B is at negative potential. Dot ला के लिखो now diode D is in forward bias. Now diode capital D is in forward bias. ਜਿਹੜਾ डायोड है वो फॉरवर्ड बायस च ਹੁੰਦਾ, डायोड डी इज इन फॉरवर्ड बायस, और जे डायोड फॉरवर्ड बायस ਤੇ ਉਹ करंट चलाऊगा कि नहीं चलाऊगा? डायोड डी इज इन फॉरवर्ड बायस एंड इट अलाउज करंट टू फ्लो थ्रू आरएल, इट अलाउज करंट टू फ्लो थ्रू आरएल, आरएल ਦੇ ਵਿੱਚੋਂ ਇਹ करंट ਨੂੰ ਅਲਾਉ ਕਰਦਾ। समझ आ रही गल कि नहीं आ रही? ब्रैकेट च लिख लो शोन इन फिगर, आ करंट असी शो किया होया आ रहा आ चल रहा, इट अलाउज करंट टू फ्लो, इट अलाउज करंट टू फ्लो थ्रू आरएल। सर दा सारा पोटेंशियल किथे ड्रॉप होगा बई? आरएल ते। जो करंट चलिया तो इत्थे ड्रॉप होगा, जो करंट नहीं चलिया तो इत्थे ड्रॉप होगा, इत्थे जीरो, ठीक है? तो लिख दो सो होल पोटेंशियल ड्रॉप्स अक्रॉस आरएल, सो होल WHOLE, H नहीं W, सारे दा सारा पोटेंशियल, होल पोटेंशियल ड्रॉप्स अक्रॉस, होल वोल्टेज लिख दो, इको गल ही है, पोटेंशियल वोल्टेज ही हुंदा, ध्यान रखियो, होल पोटेंशियल ड्रॉप्स अक्रॉस आरएल, ठीक है? एंड आउटपुट अक्रॉस आरएल इज, आउटपुट अक्रॉस आरएल या आउटपुट वोल्टेज अक्रॉस आरएल इज सेम एज इनपुट। जिद्दां दी इनपुट सी उदां दी आउटपुट मिल गई सानू, एक हाफ साइकिल समझ आ गया? आउटपुट अक्रॉस आरएल इज सेम एज इनपुट, ठीक है? जिद्दां इनपुट सी उदां ही आउटपुट मिल गई। नवी लाइन तो अगला पैरा बनावांगे, दो ही पॉइंट लिखाने मैं तुहानू, तीसरे पॉइंट च आपां कंक्लूजन कढ दांगे, ठीक है? छोटा जिहा बनावांगे वो। अगला पॉइंट लिखो हुण, पहले पॉइंट दे विच तुहाडी अगी इहदी सर्किट दा सारा फंडा, जे पहला पॉइंट नहीं भी लिखोगे कुछ नहीं फर्क पैंदा, पर तुहाडे खाने च गल तां पै गई ना की हो रहा, बच्चों नूं ये नहीं पता हुंदा भी आउटपुट कित्थे लै रहे, इनपुट कौन आ, ठीक है? आपां उत्थे लिखता, ब्रीफ दे विच लिखिया, बहुत ज्यादा टाइम नहीं लाया, ठीक है? आ जाओ अगला पॉइंट स्टार्ट करियो। सपोज ड्यूरिंग सैकेंड हाफ साइकिल, हुण सैकेंड हाफ साइकिल ऑफ इनपुट एसी है ना, इनपुट एसी दी जो सैकेंड हाफ साइकिल आ उदों की करोगे? हुण ए टर्मिनल की हो गया, नेगेटिव हो गया ना। सपोज ड्यूरिंग सैकेंड हाफ साइकिल ऑफ इनपुट एसी, टर्मिनल ए इज नेगेटिव एंड बी इज पॉजिटिव, यानी कि पोलैरिटी रिवर्स कर गई, टर्मिनल ए इज नेगेटिव एंड बी इज पॉजिटिव, ब्रैकेट च लिख लो पोलैरिटी रिवर्स्ड, पोलैरिटी पलटी मार गई, समझ आ रही है? पोलैरिटी रिवर्स्ड, इसका मतलब समझ रहे हैं? पोलैरिटी रिवर्स का मतलब आ नेगेटिव हो गया तो आ पॉजिटिव हो गया। डॉट ला के लिखो, डायोड फॉरवर्ड होया कि रिवर्स होया? लिख दो नाउ डायोड कैपिटल डी, नाउ डायोड कैपिटल डी इज इन रिवर्स बायस, डायोड कैपिटल डी रिवर्स बायस च आ गया, एंड ये करंट अलाउ करूगा कि नहीं करूगा? नहीं करता, इज इन रिवर्स बायस एंड it does not allow current, it does not allow current, एक करंट अलाउ नहीं करता, it does not allow current to flow through RL, RL चों करंट लंघण वास्ते अलाउ नहीं करता है, तो RL दे अक्रॉस वोल्टेज दा ड्रॉप कितना आया फिर? जीरो। क्यों? सारा कौन खा गया? ए लिखावां भी सारा पोटेंशियल इत्थे ड्रॉप होया, पता लग गया? लिख दो सो पोटेंशियल ड्रॉप
या वोल्टेज ड्रॉप लिख लो अक्रॉस RL becomes 0. Potential drop या voltage drop across RL becomes 0 in this half cycle. In this half cycle, that is output is output is 0. Output is 0. ਇਹ ਚ ਆਊਟਪੁੱਟ ਨਹੀਂ ਹੋਣੀ ਤਾਂ ਸੈਕੰਡ ਹਾਫ ਵੇਸਟ ਹੋ ਗਿਆ ਨਾ। ਹੁਣ ਇਹੀ ਸਾਈਕਲ ਬਾਰ-ਬਾਰ ਜੇ ਰਿਪੀਟ ਹੋਵੇ ਤਾਂ ਸਾਡੀ ਇਨਪੁਟ AC ਦੀ DC ਬਣ ਗਈ, ਪਰ ਬਣੀ ਕੀ ਆ ਅੱਧੀ ਵੇ। ਹੁਣ ਦੇਖੋ ਨੈਗੇਟਿਵ ਹਾਫ ਸਾਈਕਲ ਤਾਂ ਹੈ ਨਹੀਂ ਨਾ, ਆਊਟਪੁੱਟ ਕੱਲੇ ਪੋਜ਼ਿਟਿਵ ਆ, ਪਰ ਇਹ DC ਜਿਹੜੀ ਆ ਦਿਸ ਇਜ਼ ਅ ਫਲਕਚੁਏਟਿੰਗ DC, ਇਹ ਰੈਗੂਲਰ DC ਨਹੀਂ ਸਾਡੀ, ਇਹ ਆਹ ਵਾਲੀ DC ਨਹੀਂ ਗੀ, ਇਹ ਆਹ ਵਾਲੀ DC ਆ ਜਿਹੜੀ ਨੈਗੇਟਿਵ। ਦੇਖੋ ਆਹ 0 ਵਾਲੀ ਲਾਈਨ ਆ, ਆਹ 0 ਵਾਲੀ ਲਾਈਨ, ਸਮਝ ਆ ਰਹੀ ਗੱਲ। ਹੁਣ ਜੇ ਤਾਂ AC ਹੋਵੇ ਪਿਓਰ, ਉਹ ਤੋਂ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਹੈ, ਐ ਚੱਲਦੀ ਹੈ। ਜਿਹੜੀ ਹੈਗੀ DC ਇਹ ਵਾਲੀ ਬਣੀ ਹੋਣਾ ਸਾਡੀ, ਇਹ ਰਹਿੰਦੀ ਉੱਪਰ ਆ ਜਾਂ ਨੀਚੇ ਆ, ਪਰ ਚੱਲਦੀ ਫਲਕਚੁਏਟ ਕਰਕੇ ਆ। ਹੁਣ ਉੱਪਰ ਆ, ਠੀਕ ਆ, ਨੀਚੇ ਨਹੀਂ ਜਾ ਰਹੀ, ਤਾਂ ਹੈ ਤਾਂ DC ਬਟ ਫਲਕਚੁਏਟਿੰਗ DC ਹੈ। ਧਿਆਨ ਰੱਖਿਓ, ਤੀਜੇ ਪੁਆਇੰਟ 'ਚ ਲਿਖ ਲੈਂਦੇ ਇਹ ਗੱਲ, ਲਿਖ ਲਿਓ the above, ਤੀਸਰੇ ਪੁਆਇੰਟ 'ਚ ਲਿਖ ਲਿਓ the above process repeats itself again and again. The above process repeats itself again and again. Above process repeats itself again and again. ठीक है? And we can obtain लिखो can क्यों, and we obtain a fluctuating output DC, and we obtain a fluctuating output DC across RL, ठीक है, with 1/2, with wastage of 1/2, with wastage of 1/2, एक हाफ वेस्ट हो गया साडा। मेरी गल फॉलो कर रहे कि नहीं कर रहे? विद वेस्टेज ऑफ 1/2, एक हाफ दी वेस्टेज हुई है, एक हाफ साडा कंप्लीट आया। सो बेटा ये मेरे कोल सी हाफ वेव रेक्टिफायर। ओके, डायग्राम जिहड़ा आ फिगर आ, ये तुहानू इस डायग्राम इस सर्किट नू आ फिगर एक्सप्लेन कर रहा बड़े वधिया तरीके नाल, ठीक है। और मैनू पूरी उम्मीद है भी तुहाडे ये गल समझ आ गई है। जे किसी नू इहदे विच हजे तक कोई शक आ, वो बच्चा अपना क्वेश्चन कर ले, जल्दी बोलो। हाफ वेव रेक्टिफायर क्लीयर हो गया? हाफ वेव रेक्टिफायर क्लीयर हो गया। हुण एक गल होर दसां मैं थोड़ी, जिहड़ा आ रेक्टिफाइड आउटपुट आउंदी है ना, इहनू असीं रैगूलर कर सकदे हां, ठीक है ना। मतलब इहदे फ्लक्चुएशन जिहड़े आए असीं इहनां नू कंट्रोल कर सकदे हां, घटा सकदे हां। ਉਹਦੇ ਵਾਸਤੇ ਸਾਨੂੰ ਕੁਝ ਸਰਕਿਟ ਯੂਜ਼ ਕਰਨੇ ਪੈਂਦੇ ਆ, ਉਹਨਾਂ ਨੂੰ ਅਸੀਂ ਫਿਲਟਰ ਸਰਕਿਟ ਬੋਲਦੇ ਆ। ਕੀ ਬੋਲਦੇ ਆ? ਫਿਲਟਰ ਸਰਕਿਟ। ਮਤਲਬ ਇਹਦੇ ਤੋਂ ਅੱਗੇ ਅਸੀਂ ਫਿਲਟਰ ਸਰਕਿਟ ਲਗਾਵਾਂਗੇ, ਠੀਕ ਆ। ਉਹ ਫਿਲਟਰ ਸਰਕਿਟ 'ਚ ਜਾਂ ਕੈਪੈਸਿਟਰ ਤੇ ਜਾਂ ਇੰਡਕਟਰ L ਪੜੇ ਹੋਏ ਨਾ ਆਪਾਂ ਨੇ, ਉਹ ਲਗਾ ਕੇ, ਠੀਕ ਆ, ਅਸੀਂ ਵੋਲਟੇਜ ਜਿਹੜੀ ਆ ਉਹਨੂੰ ਅਲੱਗ ਕਰ ਸਕਦੇ। ਮਤਲਬ ਆ ਜਿਹੜਾ ਇੰਨੇ ਜ਼ਿਆਦਾ ਫਲਕਚੁਏਸ਼ਨ ਹੈ ਇਹਨਾਂ ਨੂੰ ਘਟਾ ਸਕਦੇ। ਜੇ ਮੈਂ ਕਹਾਂ 100% ਸਹੀ ਹੋ ਜਾਣਗੇ, 100% ਸਹੀ ਫਿਰ ਵੀ ਨਹੀਂ ਹੋਣੀ। ਹਾਂ, ਘਟ ਸਕਦੇ ਫਲਕਚੁਏਸ਼ਨ, ਛੋਟੇ ਹੋ ਜਾਣਗੇ ਵੱਡਿਆਂ ਤੋਂ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਠੀਕ ਆ, 100% ਰਿਮੂਵ ਜਮਾ ਨਹੀਂ ਹੁੰਦੇ। ਕਲੀਅਰ ਗੱਲ? ਉਹਦੇ ਵਾਸਤੇ ਫਿਲਟਰ ਸਰਕਿਟ ਯੂਜ਼ ਹੋ ਸਕਦੇ। ਓਕੇ, ਤਾਂ ਇਹ ਸਾਡਾ ਸੀ ਬੇਟਾ ਹਾਫ ਵੇਵ ਰੈਕਟੀਫਾਇਰ। ਇਸ ਤੋਂ ਬਾਅਦ ਆਉਂਦਾ ਸਾਡਾ ਫੁੱਲ ਵੇਵ ਰੈਕਟੀਫਾਇਰ। ਤਾਂ ਫੁੱਲ ਵੇਵ ਰੈਕਟੀਫਾਇਰ ਸ਼ੁਰੂ ਕਰੋ, ਸਟਾਰਟ ਕਰੋ। ਕੋਈ ਨਹੀਂ, ਕੱਲ ਇਹਦੀ ਵਰਕਿੰਗ ਕਰਾ ਦਾਂਗੇ, ਟਾਈਮ ਕਾ ਤੋਂ ਵੇਸਟ ਕਰ। ਹਾਂ, ਫਿਰ ਅਗਲੀ ਵਾਰ ਕਰਾ ਦਾਂਗੇ ਨਾ ਫੁੱਲ ਵੇਵ ਰੈਕਟੀਫਾਇਰ। ਲਿਖੋ ਜਲਦੀ, क्योंकि हुण तो कॉपी करनी है। फुल वेव रेक्टिफायर जल्दी लिखो, फुल वेव रेक्टिफायर नवे पेज तो शुरू कर लियो। फुल वेव रेक्टिफायर, आवाज ना करो बेटा। फुल वेव रेक्टिफायर की हुंदा सुनो ध्यान नाल, जिहदे विच दोनों वेव्स दा रेक्टिफिकेशन हुंदा। ये रेक्टिफायर की करदा, दोनों पहला हाफ साइकिल और दूजा हाफ साइकिल दोनों नूं सेम डायरेक्शन च कर दिंदा। मतलब नीचे वाला हाफ साइकिल है ना, इनू इसी डायरेक्शन च कर दिंदा, ऊपर वाल नूं, वेस्ट नहीं करता एनर्जी। इनू बोल दिंदे फुल वेव रेक्टिफायर। लिख दो, इट इज द रेक्टिफायर। अंडरलाइन ते कर ला हेडिंग नूं, ढंग नाल कर अंडरलाइन।
It is the rectifier. It is the rectifier which rectifies both halves of input AC, which rectifies both halves of each cycle of input AC. Both halves of each cycle of input AC. Input AC ਦੀ ਹਰੇਕ ਸਾਈਕਲ ਦੇ ਹਰੇਕ ਹਾਫ ਨੂੰ ਰੈਕਟੀਫਾਈ ਕਰਦਾ. Both halves of each cycle of input AC. ਕਹਾਣੀ ਸਮਝ ਆ ਗਈ? ਇਹਨੂੰ ਫੁੱਲ ਵੇਵ ਰੈਕਟੀਫਾਇਰ ਬੋਲਦੇ. ਪ੍ਰਿੰਸੀਪਲ ਜਿਹੜਾ ਹਾਫ ਵੇਵ ਰੈਕਟੀਫਾਇਰ ਚ ਲਿਖਿਆ ਸੀ ਉਹੀ ਲਿਖੋ. ਫਾਰਵਰਡ ਬਾਇਸ ਦੇ ਵਿੱਚ ਕਰੰਟ ਚੱਲਦਾ ਤੇ ਰਿਵਰਸ ਬਾਇਸ ਚ ਕਰੰਟ ਨਹੀਂ ਚੱਲਦਾ. ਜਲਦੀ ਲਿਖੋ, ਜਲਦੀ ਲਿਖੋ. ਹਾਫ ਵੇਵ ਚ ਕਰੰਟ ਚੱਲਦਾ ਤੇ ਫਾਰਵਰਡ ਬਾਇਸ ਕਰੰਟ ਚੱਲਦਾ ਤੇ ਰਿਵਰਸ ਬਾਇਸ ਕਰੰਟ ਨਹੀਂ ਚੱਲਦਾ. ਇਸ ਤੋਂ ਬਾਅਦ ਆਪਾਂ ਇਹਦਾ ਸਰਕਟ ਡਾਇਗਰਾਮ ਬਣਾਵਾਂਗੇ. ਇਹਦਾ ਸਰਕਟ ਡਾਇਗਰਾਮ ਵਾਸਤੇ ਮੈਨੂੰ ਜਗ੍ਹਾ ਥੋੜੀ ਜ਼ਿਆਦਾ ਚਾਹੀਦੀ ਹੈ. ਦੇਖੋ ਦੋ ਟਰਮੀਨਲ ਅੱਗੇ ਵਾਂਗੂ, ਇੱਕ A ਟਰਮੀਨਲ ਤੇ ਦੂਸਰਾ B ਟਰਮੀਨਲ. ਉਦਾਂ ਦੇ ਉਦਾਂ ਹੀ ਆ ਗ੍ਰਾਫ ਨਾ ਬਣਾਇਓ, ਠੀਕ ਆ? ਕੱਲਾ ਉੱਪਰਲਾ ਸਰਕਟ ਡਾਇਗਰਾਮ ਬਣਾਵਾਂਗੇ. ਸਰਕਟ ਡਾਇਗਰਾਮ ਦੇ ਵਿੱਚ ਲਿਖ ਲਿਆ ਪ੍ਰਿੰਸੀਪਲ, ਸੇਮ ਹੀ ਲਿਖਣਾ, ਠੀਕ ਹੈ? ਆ ਪੀ ਸਾਈਕਲ ਆ ਹੋ ਗਿਆ ਸਾਡੇ ਕੋਲੇ ਪ੍ਰਾਇਮਰੀ ਕੋਇਲ, ਆ ਸੈਕੰਡਰੀ ਕੋਇਲ. ਸਟੋਰੀ ਉਦਾਂ ਦੀ ਉਦਾਂ ਹੀ ਆ. ਇਨਪੁਟ ਏਸੀ ਅਪਲਾਈ ਕਰਤੀ. ਹਾਂਜੀ, ਇਹਦੇ ਵਿੱਚ ਇੱਕ ਦੀ ਬਜਾਏ ਕਿੰਨੇ ਡਾਇਓਡ ਲੱਗਦੇ ਆ? ਦੋ ਡਾਇਓਡ ਲੱਗ. ਇੱਕ ਡਾਇਓਡ ਉੱਪਰ ਲਾ ਦੋ, ਇੱਕ ਡਾਇਓਡ ਨੀਚੇ ਲਗਾ. ਦੋ ਡਾਇਓਡ ਦੋਨੋਂ ਹਾਫ ਕਰਨੇ ਨਾ ਰੈਕਟੀਫਾਈ. ਔਰ ਰੈਜ਼ਿਸਟੈਂਸ ਧਿਆਨ ਨਾਲ ਸੁਣਿਓ, ਰੈਜ਼ਿਸਟੈਂਸ ਇੱਥੇ ਨਹੀਂ ਲਗਾਉਣੀ. ਦੋ ਡਾਇਓਡ ਲਗਾ ਦਿਓ ਬਸ. ਆ ਸੈਕੰਡਰੀ ਕੋਇਲ ਆ. ਸੈਕੰਡਰੀ ਕੋਇਲ ਦੀਆਂ ਨੰਬਰ ਆਫ ਟਰਨ ਇਹਦੇ ਤੋਂ ਘੱਟ ਰੱਖਿਓ, 3 ਬਣਾ ਦਿਓ, 4 ਬਣਾ ਦਿਓ, ਮੈਨੂੰ ਕੋਈ ਦਿੱਕਤ ਨਹੀਂ, ਠੀਕ ਆ? ਇਹਦੇ ਤੋਂ ਘੱਟ ਰੱਖਿਓ ਨੰਬਰ ਆਫ ਟਰਨ. ਓਕੇ, ਡਾਇਓਡ ਦੇ ਡੰਡੀ ਵੀ ਹੁੰਦੀ ਆ. ਇੱਕ ਟ੍ਰਾਇੰਗਲ ਬਣਿਆ ਹੁੰਦਾ, ਉਹਦੇ ਨਾਲ ਡੰਡੀ ਵੀ ਲਾਉਣੀ ਹੈ. ਐਵੇਂ ਕਿਵੇਂ ਲਾਈ? ਇਹਦਾ ਨਾਮ ਡਾਇਓਡ D1 ਤੇ ਨੀਚੇ ਵਾਲੇ ਦਾ ਨਾਮ ਡਾਇਓਡ D2. ਹੁਣ ਲੋਡ ਰੈਜ਼ਿਸਟੈਂਸ RL ਜਿਹਦੇ ਅਕ੍ਰੋਸ ਆਊਟਪੁੱਟ ਲੈਣੀ ਆ, ਉਹ ਐਜ਼ਕਰ ਇੱਥੇ ਨਹੀਂ, ਉਹ ਇਹਨਾਂ ਦੀ ਕਾਮਨ. ਲੋਡ ਰੈਜ਼ਿਸਟੈਂਸ RL ਇਹਨਾਂ ਦੋਨਾਂ ਦੀ ਕਾਮਨ ਆ. ਬੰਬ ਡਿੱਗ ਪਿਆ? ਅੱਛਾ, ਦੇਖਿਓ ਧਿਆਨ ਦੇ ਨਾਲ. ਮੈਂ ਕਿਹਾ ਡਰ ਗਿਆ ਮੁੰਡਾ, ਪਤਾ ਨਹੀਂ ਬੰਬ ਨਾ ਡਿੱਗ ਪਿਆ ਹੋਵੇ ਬਾਹਰ ਕਿਤੇ, ਰਸ਼ੀਆ ਨੇ ਹਮਲਾ ਕਰਤਾ ਹੋਵੇ. ਹਾਂ ਭਾਈ, ਇਹ ਰੈਜ਼ਿਸਟੈਂਸ ਵਿਚਾਲੇ ਲਾਉਣੀ ਆ, ਸੈਂਟਰਲੀ ਟੈਪ ਕਰਿਆ ਇਹਨੂੰ. ਇਹ ਰੈਜ਼ਿਸਟੈਂਸ RL ਸਮਝ ਆ ਰਿਹਾ? ਅੱਗੇ ਵਾਂਗੂ ਇੱਕ ਹਾਫ ਸਾਈਕਲ ਪੋਜ਼ਿਟਿਵ ਤੇ ਦੂਜੀ ਨੈਗੇਟਿਵ. ਕਿੱਡਾ ਸੌਖਾ ਦੇਖੋ ਤੁਸੀਂ, ਹਨਾ? ਡਾਇਗਰਾਮ ਬਣਾ ਲਿਆ? ਤੁਹਾਨੂੰ ਐ ਲੱਗੂ ਵੀ ਆਹ ਇਹ ਤੁਸੀਂ ਕਿਸੇ ਪੁਰਾਣੇ ਜਨਮ ਦੇ ਵਿੱਚ ਪੜਿਆ ਹੋਇਆ, ਪਿਛਲੇ ਜਨਮ ਚ ਏਦਾਂ ਲੱਗੂ ਤੁਹਾਨੂੰ. ਜਲਦੀ ਕਰੋ, ਡਰਾਮਾ ਨਾ ਕਰੋ. ਆ ਸਟੋਰੀ ਕਲੀਅਰ ਹੋ ਗਈ? ਰੈਜ਼ਿਸਟੈਂਸ ਲਗਾਤੀ, ਬੜਾ ਟਾਈਮ ਲਾਉਣੇ ਡਾਇਗਰਾਮ ਨੂੰ. ਇੰਨੇ ਚਿਰ ਚ ਤੇ ਹਲਵਾਈ ਜਲੇਬੀਆਂ ਬਣਾ ਦਿੰਦਾ. ਤੁਹਾਡੇ ਤੋਂ ਇੱਕ ਛੋਟਾ ਜਿਹਾ ਸਰਕਟ ਨਹੀਂ ਬਣਿਆ ਹੈ? ਮੈਨੂੰ ਪਤਾ ਤੁਸੀਂ ਬਣਾਉਣਾ ਨਹੀਂ, ਨੀਤ ਮਾੜੀ ਕਰੀ ਬੈਠੇ ਆ. ਚਲੋ ਠੀਕ ਹੈ, ਇਹਦੀ ਵਰਕਿੰਗ ਕੱਲ ਸਮਝਾਉਂਗਾ. ਉਹ ਗੱਲ ਸੁਣੋ, ਕੱਲ ਨਹੀਂ, ਕੱਲ ਟੈਸਟ ਆ, ਵਰਕਿੰਗ ਪਰਸੋਂ ਸਮਝਾਉਂ ਇਹਦੀ. ਕੱਲ ਟੈਸਟ ਆ ਤੁਹਾਡਾ, ਕੱਲ ਟੈਸਟ ਆ ਤੁਹਾਡਾ, ਸਮਝ ਲਿਓ ਗੱਲ ਨੂੰ. ਮੈਂ ਖਤਰਨਾਕ ਬਹੁਤ ਹੈ ਇਸ ਮਾਮਲੇ 'ਚ.